ਆ ਜੈ ਜੈਕਾਰ ਜੈ ਜੈਕਾਰ रंग मंच तेरी जय जयकार 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 होवे नाट संपूर्ण साडा काया अंदर कण किरदार ਅਦਾਕਾਰੀ ਵਿੱਚ ਪੂਰਾ ਉਤਰੇ ਸਾਡਾ ਹਰ ਅਭਿਨੇਤਾ ਬੀਤੇ ਯੁੱਗ ਦਾ ਹੋਵੇ ਰਾਜਾ ਜਾਪੇ ਅੱਜ ਦਾ ਨੇਤਾ ਕਲਯੁਗ ਦੇ ਕਿਰਦਾਰਾਂ ਸਦਕਾ ਦੇਵੇ ਖੋਲ ਕਰੇਤਾ ਸ਼ਬਦੀ ਸਾਣ ਚੜਾਵੇ ਐਸੀ ਸ਼ਬਦੀ ਸਾਣ ਚੜਾਵੇ ਐਸੀ ਜੀਕਣ ਚਲਦੀ ਸੀ ਤਲਵਾਰ ਜੈ ਜੈਕਾਰ ਜੈ ਜੈਕਾਰ ਰੰਗ ਮੰਚ ਤੇਰੀ ਜੈ ਜੈਕਾਰ ਰੰਗ ਮੰਚ ਤੇਰੀ ਜੈ ਜੈਕਾਰ ਰੰਗ ਮੰਚ ਤੇਰੀ ਜੈ ਜੈਕਾਰ। ਪਹਿਲੇ ਆਨਲਾਈਨ ਅੰਤਰਰਾਸ਼ਟਰੀ ਪੰਜਾਬੀ ਥੀਏਟਰ ਫੈਸਟੀਵਲ ਦੇ 43ਵੇਂ ਦਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਿਆਰੇ ਦਰਸ਼ਕੋ। ਤੁਸੀਂ ਆਨੰਦ ਮਾਣ ਰਹੇ ਹੋ ਵੀ ਮੰਚ ਦੇ ਪਲੇਟਫਾਰਮ ਤੇ ਅੰਤਰਰਾਸ਼ਟਰੀ ਇਸ ਫੈਸਟੀਵਲ ਦਾ, ਜੋ ਕਿ ਪਿਛਲੇ 21 ਜੂਨ ਤੋਂ ਲਗਾਤਾਰ 42 ਐਪੀਸੋਡ ਤੁਹਾਡੇ ਸਾਹਮਣੇ ਪੇਸ਼ ਕਰ ਚੁੱਕਿਆ ਔਰ ਅੱਜ 43ਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਔਰ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਰੋਜ਼ ਕਿਸੇ ਨਾ ਕਿਸੇ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਹਨੇ ਥੀਏਟਰ ਦੇ ਖੇਤਰ ਦੇ ਵਿੱਚ ਬਹੁਤ ਨਾਮਣਾ ਕੱਟਿਆ ਹੁੰਦਾ ਔਰ ਆਪਣੇ ਜੀਵਨ ਨੂੰ ਹੀ ਸਮਰਪਿਤ ਹੋ ਕੇ ਥੀਏਟਰ ਕੀਤਾ ਹੁੰਦਾ ਔਰ ਉਹਨਾਂ ਦੇ ਕੋਲੋਂ ਅਸੀਂ ਸੁਨਹਿਰੀ ਬੋਲ ਸੁਣਦੇ ਹਾਂ ਔਰ ਹਰ ਰੋਜ਼ ਕਿਸੇ ਇੱਕ ਕਲਾਕਾਰ ਦੀ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਵੀ ਵੇਖਦੇ ਹਾਂ ਔਰ ਰੂਬਰੂ ਹੁੰਦੇ ਹਾਂ ਉਹਨਾਂ ਦੇ ਨਾਲ ਔਰ ਉਹਨਾਂ ਦੇ ਜੀਵਨ ਅਨੁਭਵ ਨੂੰ ਸਾਂਝਾ ਕਰਦੇ ਹਾਂ। ਔਰ ਇਹ ਸਾਰਾ ਕੁਝ ਅਸੀਂ 4 ਸੈਗਮੈਂਟ ਦੇ ਜ਼ਰੀਏ ਵੇਖਦੇ ਹਾਂ। ਪਹਿਲਾ ਸੈਗਮੈਂਟ ਹੈ ਸੁਨਹਿਰੀ ਬੋਲ, ਦੂਸਰਾ ਸੈਗਮੈਂਟ ਹੈ ਰੂਬਰੂ, ਤੀਸਰਾ ਪੇਸ਼ੇ ਨਜ਼ਰ ਜਿਹਦੇ ਵਿੱਚ ਤੁਸੀਂ ਇੱਕ ਨਾਟਕ ਜਾਂ ਕਿਸੇ ਕਹਾਣੀ ਨੂੰ ਸੁਣਦੇ ਹੋ ਜੋ ਵੀ ਉਸ ਕਲਾਕਾਰ ਨੂੰ ਅਸੀਂ ਪੇਸ਼ ਕਰ ਰਹੇ ਹੁੰਦੇ ਹਾਂ ਉਹਦਾ ਡਾਇਰੈਕਟ ਕੀਤਾ ਹੁੰਦਾ ਜਾਂ ਫਿਰ ਉਹਨੇ ਉਹਦੇ ਵਿੱਚ ਐਕਟ ਕੀਤਾ ਹੁੰਦਾ। ਔਰ ਚੌਥਾ ਸਾਡਾ ਜੋ ਸੈਗਮੈਂਟ ਹੈ ਉਹ ਹੈ ਚਰਚਾ। ਅਸੀਂ ਗੱਲਬਾਤ ਕਰਦੇ ਹਾਂ ਉਸ ਪੇਸ਼ੇ ਨਜ਼ਰ ਦੇ ਵਿੱਚ ਕੀਤੀ ਹੋਈ ਪੇਸ਼ਕਾਰੀ ਦੇ ਬਾਰੇ ਔਰ ਉਸ ਸ਼ਖਸੀਅਤ ਦੇ ਬਾਰੇ। ਔਰ ਤੁਸੀਂ ਅੱਜ ਜਿਸ ਸ਼ਖਸੀਅਤ ਦੇ ਕੋਲੋਂ ਸੁਨਹਿਰੀ ਬੋਲ ਸੁਣੋਗੇ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਉਂਕਿ ਅਸੀਂ ਅਕਸਰ ਉਹਨਾਂ ਸ਼ਖਸੀਅਤਾਂ ਦਾ ਆਸ਼ੀਰਵਾਦ ਲੈ ਕੇ ਇਸ ਸੁਨਹਿਰੀ ਬੋਲ ਨੂੰ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਜੀਵਨ ਜਾਂ ਉਹਨਾਂ ਨੇ ਇਸ ਥੀਏਟਰ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਹੁੰਦਾ। ਔਰ ਡਾਕਟਰ ਹਰਚਰਨ ਸਿੰਘ ਦਾ ਨਾਮ ਕੌਣ ਨਹੀਂ ਜਾਣਦਾ। ਡਾਕਟਰ ਹਰਚਰਨ ਸਿੰਘ ਹੁਣਾਂ ਨੇ ਇਤਿਹਾਸਕ ਨਾਟਕ ਲਿਖ ਕੇ ਇੱਕ ਮੁਕਾਮ ਹਾਸਲ ਕੀਤਾ ਔਰ ਉਹਨਾਂ ਦੇ ਸਪੁੱਤਰ ਡਾਕਟਰ ਅਮਰਜੀਤ ਸਿੰਘ ਕੈਨੇਡਾ ਵਸਦੇ ਨੇ, ਡਾਕਟਰ ਹਰਬਖਸ਼ ਬਲਾਟਾ ਦੇ ਵੱਡੇ ਭਰਾ ਨੇ। ਉਹਨਾਂ ਦੇ ਕੋਲੋਂ ਅੱਜ ਅਸੀਂ ਸੁਨਹਿਰੀ ਬੋਲ ਸੁਣਾਂਗੇ ਔਰ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਹੋਏਗੀ ਔਰ ਗੱਲਬਾਤ ਵੀ ਕਰਾਂਗੇ ਸ਼੍ਰੀ ਪ੍ਰਵੀਨ ਸ਼ਰਮਾ ਜੀ ਦੇ ਨਾਲ। ਔਰ ਉਸ ਤੋਂ ਪਹਿਲਾਂ ਸੁਣਦੇ ਹਾਂ ਸੁਨਹਿਰੀ ਬੋਲ ਡਾਕਟਰ ਅਮਰਜੀਤ ਸਿੰਘ ਜੀ ਕੋਲੋਂ। ਮੈਂ ਬਲਜਿੰਦਰ ਜੀ, ਰੰਧਾਵਾ ਜੀ ਤੇ ਬੀਮੇ ਨਾਲ ਜੁੜੇ ਸਭ ਦਾ ਬਹੁਤ ਧੰਨਵਾਦੀ ਹਾਂ ਜੋ ਸਾਨੂੰ ਪ੍ਰਦੇਸ਼ਾਂ ਵਿੱਚ ਬੈਠਿਆਂ ਨੂੰ ਨਾਟਕ ਨਾਲ ਜੋੜ ਰਹੇ ਹਨ। ਇਹ ਇੱਕ ਬੜਾ ਸ਼ਲਾਘਾਯੋਗ ਉਪਰਾਲਾ ਹੈ। ਨਾਟਕ ਇੱਕ ਐਸਾ ਮਾਧਿਅਮ ਹੈ ਜੋ ਦਰਸ਼ਕਾਂ ਉੱਤੇ ਇੱਕ ਸਦੀਵੀ ਪ੍ਰਭਾਵ ਛੱਡ ਜਾਂਦਾ ਹੈ। ਮੈਨੂੰ ਇਸ ਮਾਧਿਅਮ ਨਾਲ ਬਚਪਨ ਤੋਂ ਹੀ ਲਗਾਅ ਹੋ ਗਿਆ ਸੀ। ਜਦੋਂ ਸਾਡੇ ਪਿਤਾ ਜੀ ਡਾਕਟਰ ਚਰਨ ਸਿੰਘ ਨਾਟਕਕਾਰ ਪਾਰਟੀਸ਼ਨ ਤੋਂ ਬਾਅਦ ਦਿੱਲੀ ਵਿਖੇ ਆਪਣੇ ਨਾਟਕ ਖੇਡਣੇ ਸ਼ੁਰੂ ਕਰਤੇ ਸਨ ਅਤੇ ਆਪਣੀ ਖਿਡਾਉਂਦੇ ਰਹੇ ਸਨ ਅਤੇ ਆਪ ਵੀ ਵਿੱਚ ਪਾਰਟ ਲੈਂਦੇ ਰਹੇ ਸਨ ਅਤੇ ਹੋਰ ਵੀ ਬਾਕੀ ਦੇ ਮੁਲਕਾਂ ਦੇ ਵਿੱਚ ਵੀ ਆਪਣੇ ਡਰਾਮੇ ਉਹ ਲੈ ਕੇ ਗਏ ਸਨ, ਜਿੱਦਾਂ ਕਿ ਉੱਤਰੀ ਅਮਰੀਕਾ ਅਤੇ ਕੈਨੇਡਾ ਅਤੇ ਅਮਰੀਕਾ ਅਤੇ ਹੋਰ ਬਾਕੀ ਦੇ ਦੇਸ਼ਾਂ ਵਿੱਚ। ਅੱਜ ਦੇ ਕੋਵਿਡ ਵਾਤਾਵਰਨ ਦੇ ਵਿੱਚ ਇੱਕ ਨਵਾਂ ਹੀ ਸਾਡਾ ਚੈਲੰਜ ਆ ਗਿਆ ਹੈ ਅਤੇ ਮੈਨੂੰ ਉਮੀਦ ਹੈ ਕਿ ਜਿਹੜੀ ਵਰਚੁਅਲ ਮੀਡੀਅਮ, ਵਰਚੁਅਲ ਟੈਕਨੋਲੋਜੀ ਜਾਂ ਇਲੈਕਟ੍ਰੋਨਿਕ ਟੈਕਨੋਲੋਜੀ
ਜਿਹੜੀ ਸਾਡੇ ਸਾਹਮਣੇ ਆਈ ਹੈ ਇਹ ਸੱਭਿਆਚਾਰ ਦਾ ਇੱਕ ਹਿੱਸਾ ਬਣ ਜਾਏਗੀ। ਇਸ ਰਾਹੀਂ ਲਾਈਵ ਡਰਾਮੇ ਸਾਰੀ ਦੁਨੀਆ ਦੇ ਵਿੱਚ ਬੈਠੇ ਕਿਤੇ ਵੀ ਬੈਠੇ ਦਰਸ਼ਕਾਂ ਨੂੰ ਨਾਲ ਤੁਸੀਂ ਸਾਂਝੇ ਪੇਸ਼ ਕੀਤੇ ਜਾ ਸਕਦੇ ਆ ਤੇ ਉਹਨਾਂ ਨੂੰ ਮਾਣ ਸਕਦੇ ਆ। ਕੁਝ ਦਹਾਕਿਆਂ ਬਾਅਦ ਕੋਈ ਨਵਾਂ ਰੈਵੋਲੂਸ਼ਨ ਆਉਂਦਾ ਹੈ, ਜਿਵੇਂ ਕਿ 80s ਦੇ ਵਿੱਚ ਕੰਪਿਊਟਰ ਆਏ ਸਨ, 90s ਦੇ ਵਿੱਚ ਸਮਾਰਟਫੋਨ ਆ ਗਏ ਸੀ, ਤੇ ਅੱਜ ਇਸ ਦਹਾਕੇ ਵਿੱਚ ਜਿਹੜਾ ਵਰਚੁਅਲ ਮੀਡੀਅਮ, ਇਲੈਕਟ੍ਰੋਨਿਕ ਮੀਡੀਅਮ ਹੈ, ਇਸ ਰਾਹੀਂ ਇੱਕ ਨਵੀਂ ਲੀਪ ਆਏਗਾ। ਇਹ ਠੀਕ ਹੈ ਕਿ ਨਾਟਕ ਨੂੰ ਸਟੇਜ ਉੱਤੇ ਦੇਖਿਆ, ਲਾਈਵ ਦੇਖਿਆ ਆਪਣਾ ਹੀ ਨਜ਼ਾਰਾ ਹੁੰਦਾ ਹੈ, ਪਰ ਇਸ ਨਵੇਂ ਮੀਡੀਅਮ ਦੀ ਆਪਣੀ ਹੀ ਜਗ੍ਹਾ ਹੋਵੇਗੀ ਤੇ ਜੋ ਦੁਨੀਆ ਦੇ ਹਰ ਕੋਨੇ 'ਤੇ ਬੈਠੇ ਦਰਸ਼ਕ ਇਸ ਨਾਟਕਾਂ ਨੂੰ ਮਾਣ ਸਕਣਗੇ। ਅਸੀਂ ਬੋਹੀਮੀਅਨ ਗਰੁੱਪ ਦਾ ਤੇ ਸਭ ਮੈਂਬਰਾਂ ਨੂੰ ਵਧਾਈ ਦਿੰਦੇ ਹਾਂ ਤੇ ਜੋ ਅੱਜ ਦੇ ਵਾਤਾਵਰਣ ਸਾਨੂੰ ਨਾਟਕ ਨਾਲ ਜੋੜ ਰਹੇ ਹਨ। ਧੰਨਵਾਦ। ਦਰਸ਼ਕੋ, ਸਾਡੇ ਵੀ ਮੰਚ ਦੇ ਜ਼ਰੀਏ ਤੁਸੀਂ ਸਾਨੂੰ ਸੁਣ ਪਾ ਰਹੇ ਹੋ, ਐਸੀ ਮੈਨੂੰ ਉਮੀਦ ਹੈ। ਸਾਡੇ ਅੱਜ ਦੇ ਹੋਸਟ ਡਾਕਟਰ ਸੁਰਿੰਦਰਪਾਲ ਮਠੋਣਾ ਦੇ ਨੈਟਵਰਕ ਦੇ ਵਿੱਚ ਅਚਾਨਕ ਆਈ ਕਿਸੇ ਤਕਨੀਕੀ ਗੜਬੜ ਦੇ ਕਾਰਨ ਉਹ ਸਾਡੇ ਨਾਲ ਇਸ ਵੇਲੇ ਬਰਾਹ ਰਾਸਤ ਨਹੀਂ ਨੇ। ਬਹਰਹਾਲ ਮੈਂ ਉਮੀਦ ਕਰਦਾ ਕਿ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਔਰ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਅੱਜ ਸਾਡੇ ਨਾਲ ਪ੍ਰਵੀਨ ਜੀ ਮੌਜੂਦ ਨੇ। ਪ੍ਰਵੀਨ ਜੀ, ਇਸ ਵੇਲੇ ਤੁਸੀਂ ਸਾਡੇ ਸਾਰੇ ਦਰਸ਼ਕਾਂ ਦੇ ਰੂਬਰੂ ਹੋ ਔਰ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ। ਜੀ ਕਿ ਅੱਜ ਅਸੀਂ ਅਮਰਜੀਤ ਸਿੰਘ ਹੋਣਾ ਦੇ ਸੁਨਹਿਰੀ ਬੋਲ ਸੁਣੇ, ਔਰ ਅੱਜ ਹੁਣ ਰੂਬਰੂ ਸੈਕਸ਼ਨ ਦੇ ਵਿੱਚ ਕਿਉਂਕਿ ਤਕਨੀਕੀ ਸਮੱਸਿਆ ਹੈ, ਇਸ ਕਰਕੇ ਅੱਜ ਤੁਹਾਡੇ ਨਾਲ ਥੋੜੀ ਜੀ ਮੇਰੀ ਆਵਾਜ਼ ਔਰ ਤੁਹਾਡਾ ਜਿਹੜਾ ਰੂਬਰੂ ਹੈ ਉਸੇ ਤਰੀਕੇ ਦੇ ਨਾਲ ਚੱਲੇਗਾ। ਜੀ ਸ਼ੁਰੂਆਤ ਕਰਦੇ ਹਾਂ ਜੀ। ਅਸੀਂ ਸਵਾਗਤ ਕਰਦੇ ਹਾਂ ਪਹਿਲੇ ਤਵੀ ਮੰਚ ਦੇ ਉੱਤੇ ਅੱਜ, ਔਰ ਆਪਣੀ ਸ਼ੁਰੂਆਤੀ ਸਫ਼ਰ ਔਰ ਆਪਣਾ ਜਿਹੜਾ ਤੁਹਾਡਾ ਰਹਿਣ ਸਹਿਣ ਹੈ, ਕਿੱਥੋਂ ਔਰ ਕਿਵੇਂ ਨਾਟਕ ਦਾ ਇਹ ਸਫ਼ਰ ਸ਼ੁਰੂ ਹੋਇਆ, ਜੇ ਆਪਣੀ ਤੁਸੀਂ ਸਾਂਝ ਪਾਓ ਸਾਡੇ तमाम ਦੇਖਣ ਵਾਲੇ ਦਰਸ਼ਕਾਂ ਦੇ ਨਾਲ ਤਾਂ ਸਾਨੂੰ। ਗੁਰਵਿੰਦਰ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਇਹ ਪਹਿਲਾ ਆਨਲਾਈਨ ਇੰਟਰਨੈਸ਼ਨਲ ਪੰਜਾਬੀ ਥੀਏਟਰ ਫੈਸਟੀਵਲ ਦੇ ਪ੍ਰਬੰਧਕਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣੀ ਚਾਹੂੰਗਾ ਕਿ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੁੱਕਿਆ, ਉਹ ਵੀ ਇਸ ਟਾਈਮ ਤੇ ਜਦੋਂ ਕਿ ਸਾਰੇ ਪਾਸੇ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਨਾ, ਇੱਕ ਨੈਗੇਟਿਵਿਟੀ ਫੈਲੀ ਹੋਈ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਗੁਰਵਿੰਦਰ ਜੀ ਕਿ ਅੱਜ 43ਵਾਂ ਦਿਨ ਹੈਗਾ ਇਸ ਫੈਸਟੀਵਲ ਦਾ, ਔਰ ਇਸ ਨੂੰ ਇੰਨਾ ਲੰਬਾ ਸਫ਼ਰ ਤੈਅ ਕਰਨਾ ਵਰਚੁਅਲ ਮੰਚ ਨੂੰ ਬਹੁਤ-ਬਹੁਤ ਮੁਬਾਰਕਬਾਦ ਮੈਂ ਦੇ ਰਿਹਾ ਇਸ ਗੱਲ ਦੀ। ਔਰ ਮੈਂ ਬਠਿੰਡੇ ਤੋਂ ਬਿਲੋਂਗ ਕਰਦਾ ਗੁਰਵਿੰਦਰ ਜੀ, ਔਰ ਮੈਨੂੰ 28 ਸਾਲ ਹੋ ਗਏ ਥੀਏਟਰ ਕਰਦੇ ਨੂੰ, ਔਰ ਮੇਰਾ ਜਿਹੜਾ ਜ਼ਿਆਦਾ ਥੀਏਟਰ ਦਾ ਟਾਈਮ ਹੈ ਉਹ ਸਾਡੇ ਉਸਤਾਦ ਜੀ, ਸਾਡੇ ਗੁਰੂ ਜੀ ਸ਼੍ਰੀ ਟੋਨੀ ਬਾਤਿਸ਼ ਜੀ ਦੇ ਨਾਲ ਨਿਕਲਿਆ ਹੈਗਾ ਜੀ। ਸੋ ਟੋਨੀ ਬਾਤਿਸ਼ ਉਹਨਾਂ ਦਾ ਬੜਾ ਵੱਡਾ ਨਾਮ ਹੈ ਬਠਿੰਡੇ ਦੀ ਧਰਤੀ ਦੇ ਉੱਤੇ, ਜਿੱਥੇ ਉਹਨਾਂ ਨੇ ਬਹੁਤ ਸਾਰਾ ਸਮਾਂ ਹੰਡਾਇਆ ਔਰ ਬਹੁਤ ਸਾਰੇ ਅੱਜ ਦੇ ਜਿਹੜੇ ਅਜੋਕੇ ਰੰਗ ਕਰਮੀ ਨੇ ਉਹਨਾਂ ਨੂੰ ਰਾਹ ਵੀ ਦਿਖਾਇਆ, ਰਾਹ ਦੇ ਉੱਤੇ ਪਾਇਆ ਵੀ, ਰੰਗ ਮੰਚ ਦੇ ਰਾਹ ਦੇ ਉੱਤੇ ਤੋਰਿਆ ਵੀ। ਸੋ ਸਾਡੇ ਦਰਸ਼ਕਾਂ ਨੂੰ ਤੁਸੀਂ ਆਪਣੇ ਮੁੱਢਲੇ ਸਫ਼ਰ ਦੀ ਸ਼ੁਰੂਆਤ ਦੇ ਬਾਰੇ ਥੋੜਾ ਜਿਹਾ ਦੱਸਿਆ, ਹੁਣ ਸਾਨੂੰ ਇਹ ਵੀ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਕਿਵੇਂ ਆਏ ਤੇ ਉਹਨਾਂ ਤੋਂ ਤੁਸੀਂ ਕੀ ਕੁਝ ਸਿੱਖਿਆ ਤੇ ਕਿਵੇਂ ਨਾਟਕੀ ਸਫ਼ਰ ਜਿਹੜਾ ਇਹ ਸ਼ੁਰੂ ਹੋਇਆ। ਗੁਰਵਿੰਦਰ ਜੀ, ਮੇਰੀ ਜਿਹੜੀ ਮੁੱਢਲੀ ਸ਼ੁਰੂਆਤ ਹੋਈ ਉਹ ਮੇਰੇ ਸਕੂਲ ਦੇ ਟੀਚਰ ਹੁੰਦੇ ਸੀਗੇ ਮਹਿੰਦਰ ਸਿੰਘ ਬਾਵਰਾ, ਉੱਥੋਂ ਮੈਂ ਸ਼ੁਰੂਆਤ ਕੀਤਾ ਆਪਣਾ ਜਿਹੜਾ ਥੀਏਟਰ ਦਾ ਸਫ਼ਰ ਸੀਗਾ। ਉਹਨਾਂ ਨਾਲ ਮੈਂ ਪਹਿਲਾ ਪਲੇ ਜੋ ਕੀਤਾ ਸੀਗਾ ਨੇਤਾ ਜੀ ਸੁਭਾਸ਼ ਚੰਦਰ ਬੋਸ, ਔਰ ਇੱਕ ਉਹਨਾਂ ਨਾਲ ਮੈਂ ਓਪੇਰਾ ਕੀਤਾ ਸੀਗਾ ਸੋਹਣੀ ਮਹੀਵਾਲ। ਤੇ ਉਸ ਤੋਂ ਬਾਅਦ ਜਦੋਂ ਟੋਨੀ ਬਾਤਿਸ਼ ਜੀ ਸਾਡੇ ਸਕੂਲ 'ਚ ਆਏ ਸੀਗੇ ਕਿ ਉਹਨਾਂ ਨੇ ਜੀ ਵਰਕਸ਼ਾਪ ਲਗਾ ਰਹੇ ਨੇ, ਉਹਨਾਂ ਨੇ ਪਲੇ ਕਰਨਾ ਹੈ, ਔਰ ਉਸ ਤੋਂ ਬਾਅਦ ਇੱਕ ਲੈਂਗੁਏਜ ਡਿਪਾਰਟਮੈਂਟ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਆ ਉੱਥੇ ਅਸੀਂ ਪਲੇ ਲੈ ਕੇ ਜਾਣਾ ਸੀਗਾ, ਤਾਂ ਉਹਨਾਂ ਨੇ ਸਾਡੀ ਤਿਆਰੀ ਜਦੋਂ ਕਰਵਾਈ, ਨਾਟਕ ਸੀਗਾ ਜੀ ਕੁਦਰਤ ਦੇ ਸਭ ਬੰਦੇ। ਤੇ ਉਸ ਦੌਰਾਨ ਮੈਂ ਉਹਨਾਂ ਦੇ ਲਿੰਕ ਦੇ ਵਿੱਚ ਆਇਆ, ਉਹਨਾਂ ਦੀ ਜਿਹੜੀ ਹੈਗੀ ਹੈ ਛਤਰ ਛਾਇਆ ਦੇ ਵਿੱਚ ਮੈਂ ਆਇਆ, ਔਰ ਉਹਨਾਂ ਨੇ ਮੈਨੂੰ ਮਤਲਬ ਥੀਏਟਰ ਦੇ ਨਾਲ ਪ੍ਰੋਪਰ ਜੋੜਿਆ। ਠੀਕ ਹੈ। ਕੀ ਘਰਦਿਆਂ ਦਾ ਵੀ ਤੁਹਾਨੂੰ ਪੂਰਾ ਸਪੋਰਟ ਰਿਹਾ ਸ਼ੁਰੂ ਦੇ ਤੋਂ ਲੈ ਕੇ ਹੁਣ ਤੱਕ, ਜਾਂ
ਕਿ ਪਹਿਲੇ ਵਿਰੋਧ ਸੀ ਔਰ ਹੁਣ ਉਹਨਾਂ ਨੇ ਤੁਹਾਨੂੰ ਸਵੀਕਾਰ ਲਿਆ। ਇਹ ਸਫ਼ਰ ਜਿਹੜਾ ਸਮਾਜਿਕ ਜਿਹਨੂੰ ਅਸੀਂ ਸਰੋਕਾਰ ਕਹਿੰਦੇ ਆ, ਉਹ ਕਿੱਦਾਂ ਸ਼ੁਰੂ ਤੋਂ ਇੱਕੋ ਜਿਹੇ ਰਹੇ ਜਾਂ ਉਹਨਾਂ 'ਚ ਵੀ ਬਦਲਾਅ ਆਇਆ ਤੁਹਾਡੇ ਸਫ਼ਰ ਦੇ ਦੌਰਾਨ? ਗੁਰਵਿੰਦਰ ਜੀ, ਜਿਹੜਾ ਤੁਹਾਡੀ ਘਰਦਿਆਂ ਦੀ ਗੱਲ ਹੈਗੀ ਹੈ, ਘਰ ਦੇ ਅਸਲ ਵਿੱਚ ਕੀ ਹੈ ਵੀ ਨਾ, ਸਾਨੂੰ ਸੋਸ਼ਲ ਜਿਹੜੀ ਸਾਡੀ ਲਾਈਫ ਹੈ, ਸਾਡੇ ਜਿਹੜੀਆਂ ਲਾਇਬਿਲਿਟੀਜ਼ ਹੁੰਦੀਆਂ ਨੇ ਹਨਾ, ਉਹਦੇ ਨਾਲ ਨਾਲ ਅਸੀਂ ਜਦੋਂ ਥੀਏਟਰ ਕਰਦੇ ਹਾਂ ਤਾਂ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਂਕਿ ਅਸੀਂ ਆਪਣੇ ਪਰਿਵਾਰ ਵੀ ਚਲਾਉਣਾ ਹੁੰਦਾ ਹੈ ਔਰ ਆਪਣੇ ਸ਼ੌਂਕ ਵੀ ਜਿਹੜੇ ਹੁੰਦੇ ਆ ਪੂਰੇ ਕਰਨੇ ਹੁੰਦੇ ਆ। ਜੀ ਸ਼ੁਰੂ ਦੇ ਵਿੱਚ ਥੋੜ੍ਹੀਆਂ ਬਹੁਤ ਦਿੱਕਤਾਂ ਆਈਆਂ, ਪਰ ਜਦੋਂ ਲੱਗਿਆ ਉਹਨਾਂ ਨੂੰ ਕਿ ਨਹੀਂ, ਮਤਲਬ ਕਿ ਥੀਏਟਰ ਜਿਹੜਾ ਹੈ ਉਹ ਇੱਕ ਬਹੁਤ ਵਧੀਆ ਲਾਈਫ ਦੇ ਵਿੱਚ ਤੁਹਾਨੂੰ ਹੈਲਪ ਕਰਦਾ ਹੈਗਾ, ਜੀ ਤੇ ਉਹਨਾਂ ਨੇ ਸ਼ੁਰੂ ਦੇ ਵਿੱਚ ਥੋੜੀ ਜਿਹੀ ਦਿੱਕਤ ਕੀਤੀ, ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਚੀਜ਼ ਨੂੰ ਸਵੀਕਾਰ ਕਰ ਲਿਆ ਕਿ ਯਾਰ ਇਹਨੇ ਹਟਣਾ ਤਾਂ ਹੈ ਨਹੀਂਗਾ, ਚਲੋ ਇਹਨੂੰ ਕਰਨ ਦਿਓ। ਅੱਛਾ ਜੀ। ਸੋ ਬਾਅਦ ਦੇ ਵਿੱਚ ਤੁਹਾਨੂੰ ਸਵੀਕਾਰ ਕਰ ਲਿਆ ਗਿਆ ਜਿਵੇਂ ਤੁਸੀਂ ਜੀ। ਦੱਸਿਆ। ਤੇ ਜੀ। ਜਿਹੜਾ ਇਹ ਸਫ਼ਰ ਤੁਹਾਡਾ ਕਾਲਜ ਤੱਕ ਵੀ ਗਿਆ ਜਾਂ ਪੜ੍ਹਾਈ ਦੇ ਦੌਰਾਨ ਵੀ ਜਾਰੀ ਰਿਹਾ ਜਾਂ? ਨਹੀਂ ਸਰ, ਨਹੀਂ, ਕਾਲਜ ਤੱਕ ਨਹੀਂ ਗਿਆ ਮੇਰਾ ਸਫ਼ਰ। ਮੇਰੇ ਅਸਲ ਵਿੱਚ ਜਿਹੜਾ ਇਹ ਸਫ਼ਰ ਸੀਗਾ, ਇਹਦੇ ਵਿੱਚ ਬ੍ਰੇਕ ਪੈਂਦੀ ਗਈ। ਮੈਂ ਕੁਝ ਕੁ ਸਾਲ ਟੁੱਟਿਆ, ਫੇਰ ਜੁੜਿਆ, ਫੇਰ ਟੁੱਟਿਆ, ਫੇਰ ਜੁੜਿਆ। ਮਤਲਬ ਥੀਏਟਰ ਦੇ ਨਾਲ ਮੇਰੀ ਥੋੜੀ ਜਿਹੀ ਜੱਦੋਜਹਿਦ ਹੀ ਰਹੀ ਹੈ, ਕਿਉਂਕਿ ਸਾਡੀਆਂ ਲਾਇਬਿਲਿਟੀਜ਼, ਸਾਡੀਆਂ ਪ੍ਰੋਬਲਮਸ ਬਹੁਤ ਹੁੰਦੀਆਂ ਨੇ ਹਨਾ ਲਾਈਫ ਦੇ ਵਿੱਚ, ਜੀ ਤੇ ਉਹਨਾਂ ਨੂੰ ਵੀ ਪੂਰਾ ਕਰਨਾ ਹੁੰਦਾ ਹੈ। ਇਸ ਕਰਕੇ ਮੇਰਾ ਬ੍ਰੇਕ ਪੈਂਦਾ ਸਫ਼ਰ ਜਿਹੜਾ ਹੈਗਾ ਇਹ ਇੱਥੋਂ ਤੱਕ ਆਇਆ। ਜੀ ਜੀ ਜੀ। ਸੋ ਮੇਰੇ ਖਿਆਲ ਦੇ ਵਿੱਚ ਆਪਾਂ ਹੁਣ ਮੇਰੇ ਕੋਲ ਸੁਰਿੰਦਰ ਮੰਡ ਹੋਣਾ ਦਾ ਆ ਰਿਹਾ ਹੈ, ਜੇ ਉਹ ਜੀ। ਸਵੀਕਾਰ ਅਸੀਂ ਕਰ ਸਕੀਏ। ਦਰਸ਼ਕੋ, ਜੀ। 2 ਮਿੰਟ ਦਾ ਸਮਾਂ ਇੱਕ ਵਾਰੀ ਫੇਰ ਤੁਸੀਂ ਸਕਰੀਨ ਦੇ ਉੱਤੇ ਸਾਨੂੰ ਦਿਓ। ਕੋਸ਼ਿਸ਼ ਕਰ ਰਹੇ ਹਾਂ ਅਸੀਂ ਸੁਰਿੰਦਰ ਮੰਡ ਸਾਹਿਬ ਨੂੰ ਵਾਪਿਸ ਲੈ ਕੇ ਆਈਏ ਤਾਂ ਕਿ ਅਸੀਂ ਗੱਲਬਾਤ ਨੂੰ ਅੱਗੇ ਤੋਰ ਸਕੀਏ। ਥੋੜਾ ਜਿਹਾ ਸਮਾਂ ਸਾਡੇ ਨਾਲ ਸਹਿਯੋਗ ਕਰੋ। ਉਮੀਦ ਕਰਦੇ ਹਾਂ ਕਿ ਕੁਝ ਹੀ ਪਲਾਂ 'ਚ ਸੁਰਿੰਦਰ ਮੰਡ ਸਾਹਿਬ ਫਿਰ ਸਾਡੇ ਨਾਲ ਜੁੜਨਗੇ। ਥੋੜਾ ਜਿਹਾ ਸਹਿਯੋਗ। ਰੂਬਰੂ ਦੇ ਵਿੱਚ ਤੁਸੀਂ ਗੱਲਬਾਤ ਸੁਣ ਰਹੇ ਹੋ ਸਾਡੇ ਅੱਜ ਦੇ ਵਿਸ਼ੇਸ਼ ਕਲਾਕਾਰ ਪੇਸ਼ ਨਜ਼ਰ ਦੇ ਵਿੱਚ, ਜਿਨ੍ਹਾਂ ਦੀ ਪੇਸ਼ਕਾਰੀ ਵੀ ਹੋਣੀ ਹੈ, ਪ੍ਰਵੀਨ ਸ਼ਰਮਾ ਜੀ। ਔਰ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਕੁਝ ਤਕਨੀਕੀ ਕਾਰਨਾਂ ਕਰਕੇ ਵਿਧੀਵਤ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਸੀ ਚੱਲ ਸਕਿਆ, ਪਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਵਰਚੁਅਲ ਮੰਚ ਦੇ ਉੱਤੇ ਕਦੇ ਤਕਨੀਕੀ ਕਾਰਨਾਂ ਕਰਕੇ ਕੋਈ ਨਾ ਕੋਈ ਵਿਘਨ ਜਿਹੜਾ ਉਹ ਪੈ ਜਾਂਦਾ, ਔਰ ਇਸ ਵਿਘਨ ਨੂੰ ਅਸੀਂ ਠੀਕ ਕਰਨ ਦੇ ਵਿੱਚ ਸਫਲ ਹੋਏ ਹਾਂ ਔਰ ਆਪਣੀ ਗੱਲਬਾਤ ਜਿਹੜੀ ਹੈ ਪ੍ਰਵੀਨ ਸ਼ਰਮਾ ਜੀ ਦੇ ਨਾਲ ਅਸੀਂ ਜਾਰੀ ਰੱਖਾਂਗੇ। ਪ੍ਰਵੀਨ ਸ਼ਰਮਾ ਜੀ, ਤੁਹਾਡੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਸੀ ਔਰ ਦਰਸ਼ਕਾਂ ਦੇ ਮੁਖਾਤਬ ਮੈਂ ਤਾਂ ਸਾਹਮਣੇ ਤੌਰ ਤੇ ਨਹੀਂ ਸੀ ਪੇਸ਼ ਹੋ ਸਕਿਆ, ਪਰ ਗੱਲਬਾਤ ਜਿਹੜੀ ਆ ਉਹ ਜਾਰੀ ਸੀ। ਔਰ ਥੀਏਟਰ ਦੇ ਸਫ਼ਰ ਦੇ ਬਾਰੇ ਗੱਲਬਾਤ ਅਸੀਂ ਕਰ ਰਹੇ ਸੀ। ਤੁਸੀਂ ਪਿਛਲੇ ਲਗਭਗ 30 ਸਾਲ ਤੋਂ ਥੀਏਟਰ ਦੇ ਨਾਲ ਜੁੜੇ ਹੋਏ ਹੋ ਔਰ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਔਰ ਆਪ ਖੁਦ ਨਾਟਕ ਵੀ ਲਿਖੇ, ਕੁਝ ਨਾਟਕ ਡਾਇਰੈਕਟ ਵੀ ਕੀਤੇ, ਔਰ ਬਤੌਰ ਕਲਾਕਾਰ ਤੁਸੀਂ ਪਿਛਲੇ 30 ਸਾਲ ਤੋਂ ਇਸ ਥੀਏਟਰ ਦੇ ਨਾਲ ਜੁੜੇ ਹੋ। ਭਾਵੇਂ ਕਿ ਇਹ ਪ੍ਰੋਫੈਸ਼ਨਲੀ, ਕਿਉਂਕਿ ਮਨੁੱਖ ਨੂੰ ਆਪਣੀ ਰੋਜ਼ੀ ਰੋਟੀ ਦੇ ਵਾਸਤੇ ਕਈ ਤਰੱਦਦ ਕਰਨੇ ਪੈਂਦੇ ਆ, ਔਰ ਤੁਸੀਂ ਕਿਸੇ ਕੰਪਨੀ ਦੇ ਵਿੱਚ ਬਤੌਰ ਮੈਨੇਜਰ ਕੰਮ ਕਰ ਰਹੇ ਹੋ, ਔਰ ਪਰ ਨਾਲ ਆਪਣੇ ਸ਼ੌਕ ਨੂੰ ਔਰ ਇਸ ਥੀਏਟਰ ਨੂੰ ਲਗਾਤਾਰ ਰੱਖਣਾ, ਜਾਰੀ ਰੱਖਣਾ, ਇਹ ਬਹੁਤ ਵੱਡਾ ਉਪਰਾਲਾ ਔਰ ਬਹੁਤ ਵੱਡੀ ਹਿੰਮਤ ਹੁੰਦੀ ਹੈ, ਔਰ ਤੁਹਾਡੀ ਇਹ ਹਿੰਮਤ ਨੂੰ ਸਲਾਮ ਹੈ। ਔਰ ਗੱਲਬਾਤ ਜਿਹੜੀ ਆ ਉਹ ਅਸੀਂ ਕਰ ਰਹੇ ਸੀਗੇ ਕਿ ਕਿਹਨਾਂ ਕਲਾਕਾਰਾਂ ਦੇ ਨਾਲ ਜਿਹੜੇ ਤੁਹਾਡੇ ਨਾਲ ਜੁੜੇ ਰਹੇ ਜਾਂ ਜਿਨ੍ਹਾਂ ਕੋਲ ਤੁਸੀਂ ਥੀਏਟਰ ਸਿੱਖਿਆ ਜਾਂ ਜਿਨ੍ਹਾਂ ਦੇ ਨਾਲ ਰਲ ਕੇ ਕੰਮ ਕੀਤਾ, ਉਹਨਾਂ ਦੇ ਨਾਮ ਕੁਝ ਜਾਂ ਉਹਨਾਂ ਦਾ ਕੁਝ ਅਨੁਭਵ ਜਿਹੜੇ ਨੇ ਸਾਡੇ ਨਾਲ ਸਾਂਝੇ ਕਰੋਗੇ? ਹਾਂਜੀ ਡਾਕਟਰ ਸਾਹਿਬ, ਜਿਹੜਾ ਮੈਂ ਗੱਲ ਕਰ ਰਿਹਾ ਸੀ ਗੁਰਵਿੰਦਰ ਜੀ ਨਾਲ, ਕਿ ਜਦੋਂ ਮੈਂ ਸ਼ੁਰੂਆਤ ਕੀਤੀ, ਮੈਂ ਟੋਨੀ ਬਾਤਿਸ਼ ਸਰ ਦੇ ਛਤਰ ਛਾਇਆ ਹੇਠ ਆਇਆ, ਤਾਂ ਉਦੋਂ ਇੱਕ ਸਾਡੀ ਬਹੁਤ ਵਧੀਆ ਟੀਮ ਜੁੜੀ, ਜਿਹਦੇ ਵਿੱਚ ਸਾਡੇ ਸਾਥੀ ਜਿਹੜੇ ਸੀਗੇ, ਮੇਰੇ ਕੋ ਐਕਟਰ ਸੀਗੇ ਹਨਾ, ਉਹਦੇ ਵਿੱਚੋਂ ਆਪਣੇ ਗੁਰਪ੍ਰੀਤ ਆਰਟਿਸਟ ਸੀਗੇ, ਜਿਹੜੇ ਕਿ ਮਤਲਬ ਕਿ ਅੱਜ ਕੱਲ੍ਹ ਬਹੁਤ ਅੱਛੇ ਲੈਵਲ ਤੇ ਪੇਂਟਿੰਗ ਦਾ ਕੰਮ ਕਰਦੇ ਹੈ। ਔਰ ਗੁਰਪ੍ਰੀਤ ਆਰਟਿਸਟ ਤੋਂ ਇਲਾਵਾ ਜਿਹੜਾ ਸੁਨੀਲ ਖੁਰਾਨਾ, ਮਨੀਕਾਂਤ ਬਾਤਿਸ਼, ਜਗਵਿੰਦਰ ਕੁਲਾਰ ਜੀ ਹਨਾ, ਔਰ ਉਸ ਤੋਂ ਇਲਾਵਾ ਜਿਹੜੇ ਬਰਿੰਦਰ ਬੀਨੂ, ਕੇਵਲ ਬਾਂਸਲ, ਰਾਜੂ ਸ਼ਰਮਾ, ਤਾਂ ਇਹ ਸਾਡੀ ਇੱਕ ਨਾ ਬਹੁਤ ਅੱਛੀ ਟੀਮ ਜਿਹੜੀ ਸੀਗੀ ਉਸ ਟਾਈਮ ਬਾਤੀ ਸਾਹਿਬ ਨਾਲ ਜੁੜੀ ਹੋਈ ਸੀਗੀ। ਉਦੋਂ ਅਸੀਂ ਪਲੇ ਕੀਤਾ ਸੀਗਾ ਚਰਨਦਾਸ ਚੋਰ ਜੀ। ਤੇ ਉਸ ਤੋਂ ਬਾਅਦ ਫਿਰ ਸਾਡੀਆਂ ਜਿਹੜੀਆਂ ਪ੍ਰੋਡਕਸ਼ਨਾਂ ਹੈਗੀਆਂ, ਜਿਵੇਂ ਕਈ ਪਲੇਆਂ ਦੇ ਵਿੱਚ ਮੈਂ ਪਲੇਸ ਦੇ ਵਿੱਚ ਸਟੇਜ ਦੇ ਪਿੱਛੇ ਕੰਮ ਕੀਤਾ, ਕਈਆਂ ਦੇ ਸਟੇਜ ਤੇ ਕੰਮ ਕੀਤਾ। ਉਹਦੇ ਵਿੱਚ ਚਰਨਦਾਸ ਚੋਰ, ਬਾਲ ਭਗਵਾਨ, ਤਾਜ ਮਹਿਲ ਦਾ ਟੈਂਡਰ, ਇਹ ਵੱਡੀਆਂ ਪ੍ਰੋਡਕਸ਼ਨਾਂ ਸੀਗੀਆਂ ਜੀ।
ਕੋਈ ਥੀਏਟਰ ਦੇ ਕਿਉਂਕਿ ਇੰਨਾ ਲੰਬਾ ਸਮਾਂ ਤੁਸੀਂ ਥੀਏਟਰ ਕਰ ਰਹੇ ਹੋ, 30 ਸਾਲ ਤੋਂ ਲਗਭਗ ਥੀਏਟਰ ਕਰ ਰਹੇ ਹੋ, ਕੋਈ ਥੀਏਟਰ ਦੇ ਜੀ। ਨਾਲ ਕੋਈ ਅਜਿਹੀ ਯਾਦ, ਕੋਈ ਅਜਿਹੀ ਗੱਲ ਜਿਹੜੀ ਤੁਹਾਨੂੰ ਅੱਜ ਵੀ ਯਾਦ ਹੋਵੇ ਔਰ ਜਿਹਦੇ ਤੋਂ ਕੋਈ ਕਲਾਕਾਰ ਨੂੰ ਮੋਟੀਵੇਸ਼ਨ ਮਿਲਦੀ ਹੋਵੇ, ਕੋਈ ਇਦਾਂ ਦੀ ਕੋਈ ਘਟਨਾ ਜਿਹੜੀ ਤੁਹਾਨੂੰ ਯਾਦ ਹੋਵੇ, ਜਿਹੜੀ ਸਟੇਜ ਦੇ ਉੱਤੇ ਤੁਹਾਡੇ ਨਾਲ ਕਦੇ ਕਦੇ ਵਾਪਰੀ ਹੋਵੇ? ਹਾਂਜੀ ਡਾਕਟਰ ਸਾਹਿਬ, ਅਸੀਂ ਨਾ ਮੇਰੇ ਨਾਲ 2 ਘਟਨਾਵਾਂ ਇਸ ਤਰ੍ਹਾਂ ਹੋਈਆਂ ਕਿ ਇੱਕ ਵਾਰੀ ਮੈਂ ਦੇਖਿਆ ਵੀ ਦਰਸ਼ਕਾਂ ਤੇ ਕਿੰਨਾ ਪ੍ਰਭਾਵ ਪੈਂਦਾ ਪਲੇ ਜਦੋਂ ਆਪਾਂ ਚੱਲ ਰਿਹਾ ਹੁੰਦਾ ਹੈ ਨਾ। ਜੀ ਤੇ ਅਸੀਂ ਇੱਥੇ ਬਠਿੰਡੇ ਰੋਜ਼ ਗਾਰਡਨ ਦੇ ਵਿੱਚ ਅਸੀਂ ਪਲੇ ਕਰ ਰਹੇ ਸੀਗੇ ਮੁਕਤੀ, ਜੀ ਜਿਹੜਾ ਕਿ 올ਡ ਏਜ ਹੋਮ ਦੇ ਉੱਪਰ ਸੀਗਾ ਪਲੇ ਉਹ। ਤੇ ਉਹ ਇਸ ਦੌਰਾਨ ਕੀ ਹੋਇਆ ਕਿ ਪਾਵਰ ਚਲੀ ਗਈ, ਲਾਈਟ ਚਲੀ ਗਈ, ਤੇ ਉਹ ਜਿਹੜੇ ਸਾਡੇ ਦਰਸ਼ਕ ਸੀਗੇ ਉਹ ਇੰਨੇ ਕੁ ਸਾਡੇ ਨਾਲ ਜੁੜੇ ਹੋਏ ਸੀ ਕਿ ਉਹਨਾਂ ਨੇ ਲਾਈਟ ਦੀ ਪ੍ਰਵਾਹ ਨੂੰ ਛੱਡ ਕੇ ਕੈਮਰੇ ਦੀ ਲਾਈਟ ਔਨ ਕਰਕੇ ਸਟੇਜ ਦੇ ਬਿਲਕੁਲ ਕੋਲੇ ਆ ਕੇ ਉਸ ਪ੍ਰੋਗਰਾਮ ਨੂੰ ਰੁਕਣ ਨਹੀਂ ਦਿੱਤਾ, ਉਹਨੂੰ ਮਤਲਬ ਚਲਾ ਕੇ ਰੱਖਿਆ। ਇੰਨੇ ਮਤਲਬ ਕਿ ਪ੍ਰਭਾਵਿਤ ਸੀਗੇ ਪਲੇ ਤੋਂ, ਸਾਡੇ ਤੋਂ। ਵਾਹ। ਔਰ ਉਹਨਾਂ ਨੇ ਪਲੇ ਨੂੰ ਬੜੇ ਹੀ ਸਮੂਥਲੀ ਢੰਗ ਨਾਲ, ਕੋਈ ਉਹਦੇ ਵਿੱਚ ਰੌਲਾ ਨਹੀਂ ਪਿਆ, ਕੋਈ ਸ਼ੋਰ ਨਹੀਂ ਪਿਆ, ਔਰ ਬੜਾ ਇੰਜੋਏ ਕੀਤਾ ਉਹਨਾਂ ਨੇ। ਹਾਂ ਬਿਲਕੁਲ, ਦੇਖੋ ਮੈਨੂੰ ਲੱਗਦਾ ਕਿ ਕਲਾਕਾਰ ਵਾਸਤੇ ਇਹ ਬਹੁਤ ਵੱਡੀ ਖੁਰਾਕ ਹੁੰਦੀ ਹੈ ਜਦੋਂ ਆਡੀਅנס ਜਿਹੜੀ ਆ ਉਸ ਨਾਟਕ ਦੇ ਨਾਲ, ਉਹਨਾਂ ਕਲਾਕਾਰਾਂ ਦੇ ਨਾਲ ਇੰਨੀ ਜੁੜ ਜਾਵੇ ਤੇ ਉਸ ਨਾਟਕ ਨੂੰ ਸਫਲ ਬਣਾਉਣ ਦੇ ਵਿੱਚ ਜੇਕਰ ਤਕਨੀਕੀ ਕਾਰਨਾਂ ਕਰਕੇ ਕਿਤੇ ਨਾ ਕਿਤੇ ਕੋਈ ਵਿਘਨ ਪੈ ਜਾਵੇ ਤਾਂ ਫਿਰ ਉਹਨੂੰ, ਉਹ ਵਿਘਨ ਨੂੰ ਦੂਰ ਕਰਨ ਵਾਸਤੇ ਵੀ ਜਿਹੜੀ ਆ ਉਹ ਜਹਿਦ ਕਰਦੀ ਆ। ਔਰ ਇਹ ਬਹੁਤ ਵੱਡੀ ਗੱਲ ਹੈ ਕਿਸੇ ਥੀਏਟਰ ਆਰਟਿਸਟ ਵਾਸਤੇ, ਔਰ ਹਮੇਸ਼ਾ ਉਹਨਾਂ ਨੂੰ ਮੋਟੀਵੇਸ਼ਨ ਜਿਹੜੀ ਹੈ ਉਹ ਮਿਲਦੀ ਹੈ। ਪ੍ਰਵੀਨ ਸ਼ਰਮਾ ਜੀ, ਅਸੀਂ ਗੱਲਬਾਤ ਇਸੇ ਤਰ੍ਹਾਂ ਲਗਾਤਾਰ ਕਰਦੇ ਰਵਾਂਗੇ। ਮੈਨੂੰ ਲੱਗਦਾ ਕਿ ਸਮਾਂ ਹੁਣ ਹੋ ਗਿਆ ਪੇਸ਼ ਨਜ਼ਰ ਦੇ ਵਿੱਚ ਤੁਹਾਡੀ ਪੇਸ਼ਕਾਰੀ ਵੇਖਣ ਦਾ। ਅੱਜ ਕੀ ਪੇਸ਼ ਕਰ ਰਹੇ ਹੋ ਸਾਡੇ ਦਰਸ਼ਕਾਂ ਵਾਸਤੇ, ਕੀ ਲੈ ਕੇ ਆਓ ਖਾਸ? ਅੱਜ ਜੋ ਅਸੀਂ ਪੇਸ਼ ਕਰ ਰਹੇ ਹਾਂ ਡਾਕਟਰ ਸਾਹਿਬ, ਉਹ ਅੱਜ ਕੱਲ੍ਹ ਦਾ ਜਿਹੜਾ ਕਰੋਨਾ ਦਾ ਟਾਈਮ ਚੱਲ ਰਿਹਾ ਹੈ, ਸਾਨੂੰ ਇਹ ਸੀਗਾ ਅਸੀਂ ਜੋ ਪੇਸ਼ਕਾਰੀ ਕਰੀਏ ਉਹਦੇ ਵਿੱਚ ਕਿਤੇ ਨਾ ਕਿਤੇ ਇੱਕ ਸੁਸਾਇਟੀ ਲਈ, ਸਮਾਜ ਲਈ ਇੱਕ ਮੈਸੇਜ ਵੀ ਦੇਈਏ, ਹੈ ਨਾ। ਜਿਸ ਤਰ੍ਹਾਂ ਕਿ ਸਰਕਾਰ ਤਾਂ ਆਪਣਾ ਯੋਗਦਾਨ ਪਾ ਹੀ ਰਹੀ ਹੈ, ਤੇ ਉਸ ਤੋਂ ਬਾਅਦ ਸਾਡੀ ਵੀ ਜਿਹੜੀ ਮੋਰਲ ਡਿਊਟੀ ਬਣ ਜਾਂਦੀ ਹੈ, ਉਹਦਾ ਅਸੀਂ ਇੱਕ ਮੈਸੇਜ ਬਣਾ ਕੇ ਮਤਲਬ ਉਹਨੂੰ ਕੋਸ਼ਿਸ਼ ਕੀਤੀ ਹੈ ਵੀ ਸਾਡਾ ਮੈਸੇਜ ਜਿਹੜਾ ਹੈਗਾ ਉਹ ਇਸ ਮੰਚ ਤੋਂ ਲੋਕਾਂ ਤੱਕ ਪਹੁੰਚੇ। ਤਾਂ ਉਹਨੂੰ ਲੈ ਕੇ ਅਸੀਂ ਇੱਕ ਆਈਡੀਆ ਡਿਵੈਲਪ ਕਰਕੇ ਪਲੇ ਲਿਖਿਆ ਸੀਗਾ, ਛੋਟਾ ਜਿਹਾ, ਬੰਦੇ ਦਾ ਕੁਝ ਪਤਾ ਲੱਗਦਾ ਹੈ ਜੀ। ਤਾਂ ਉਹ ਤੁਸੀਂ ਦੇਖੋਗੇ, ਇੰਜੋਏ ਕਰੋਗੇ, ਉਦੋਂ ਬਾਅਦ ਜਿਹੜਾ ਮੈਸੇਜ ਵੀ ਤੁਸੀਂ ਦੇਖੋਗੇ ਕਿੰਨਾ ਅੱਛਾ ਹੈ। ਬਿਲਕੁਲ ਜੀ, ਵਿਚਾਰ ਚਰਚਾ ਫਿਰ ਅਸੀਂ ਇਸ ਪੇਸ਼ਕਾਰੀ ਤੋਂ ਬਾਅਦ ਵੇਖਾਂਗੇ। ਤੇ ਪੇਸ਼ ਹੈ ਨਜ਼ਰ ਦੇ ਵਿੱਚ ਪੇਸ਼ ਹੈ ਜੀ ਪ੍ਰਵੀਨ ਸ਼ਰਮਾ ਜੀ ਦਾ ਪਲੇ ਬੰਦੇ ਦਾ ਕੁਝ ਪਤਾ ਲੱਗਦਾ ਹੈ ਜੀ। ਜਾਨੀ ਡਰ ਗਈ ਕੀ ਕਿਹਾ ਵੈਦ ਜੀ? ਅਸਾਂ ਦਾ ਮਤਲਬ ਹੈ ਭਾਨੂ ਡਰ ਗਈ, ਅਸਾਂ ਭਾਨੂ ਆਖਿਆ ਹੈ, ਭਾਨੂ ਡਰ ਗਈ। ਦੇਖੋ ਤੁਸੀਂ ਤਾਂ ਨਾ ਭਾਨੂ ਹੈ ਨਾ, ਤੇ ਭਾਨੀ ਡਰੇਗੀ ਨਾ। ਮੈਨੂੰ ਤਾਂ ਜਾਨੂ ਸੁਣਿਆ ਸੀਗਾ। ਓਏ ਕੰਜਰ ਦਾ ਕੁੱਤਾ, ਅਸਲ ਵਿੱਚ ਚੱਟਾ ਮਾਰਨਾ ਤੁਸਾਂ ਦੇ ਕੰਨ ਦੇ ਪਰਦੇ ਖੁੱਲ ਜਾਣੇ। ਓਏ ਅਸਾਂ ਭਾਨੂ ਬੋਲਿਆ ਏ, ਅਸਾਂ ਭਾਨੂ ਬੋਲਿਆ ਜੀ, ਭਾਨੂ ਬੋਲਿਆ। ਵੈਦ ਜੀ, ਤੁਸੀਂ ਨਾ ਰੋਜ਼ ਮੈਨੂੰ ਡਰਾਉਂਦੇ ਰਹਿੰਦੇ ਹੋ। ਮੈਨੂੰ ਇੰਜ ਲੱਗਦਾ ਇੱਕ ਦਿਨ ਮੈਂ ਸੱਚੀਓ ਹੀ ਮਰ ਜਾ। ਉਹ ਇੱਦਾਂ ਦੀਆਂ ਗੱਲਾਂ ਨਾ ਕਰੋ ਬੀਬਾ ਜੀ। ਉਹ ਤੁਸਾਂ ਦੇ ਨਾਲ ਤਾਂ ਅਸਾਂ ਦਾ ਦਵਾਖਾਨਾ ਚੱਲਦਾ ਏ। ਜੇ ਤੁਸਾਂ ਮਰ ਗਏ ਤਾਂ ਅਸਾਂ ਦਾ ਦਵਾਖਾਨਾ ਰੰਡਾ ਹੋ ਜਾਣਾ ਏ। ਕੀ? ਮੈਂ ਅਸਾਂ ਦਾ ਮਤਲਬ ਹੈ ਤੁਸਾਂ ਕਰਕੇ ਅਸਾਂ ਦਾ ਦਵਾਖਾਨਾ ਜਿਉਂਦਾ ਹੈ ਨਾ। ਜੇ ਤੁਸਾਂ ਮਰ ਗਏ ਤਾਂ ਅਸਾਂ ਦਾ ਦਵਾਖਾਨਾ ਵੀ ਮਰ ਜਾਣਾ ਏ। ਲੈ, ਬੰਦੇ ਦਾ ਕੁਝ ਪਤਾ ਲੱਗਦਾ? ਬੰਦਾ ਮਰ ਵੀ ਤਾਂ ਸਕਦਾ ਹੈ। ਓਏ ਕੰਜਰ ਦਾ ਕੁੱਤਾ, ਬੰਦਾ ਮਰੇ ਨਾ ਮਰੇ, ਪਰ ਆ ਜਿਹੜਾ ਤੁਸਾਂ ਗੱਲ ਤੇ ਆਪਣਾ ਬੰਦਾ ਘਸਾੜਦੇ ਹੋ ਨਾ, ਇਹ ਕਿਸੇ ਨਾ ਕਿਸੇ ਦਿਨ ਮੇਰੇ ਹੱਥੋਂ ਜ਼ਰੂਰ ਮਰ ਜਾਣਾ। ਜਾ ਬਾਹਰ ਜਾ ਕੇ ਪੇਸ਼ੈਂਟ ਕਰ। ਆ ਬੰਦੇ ਦਾ ਕੁਝ ਪਤਾ ਵੀ ਲੱਗਦਾ ਹੈ। ਹੁਣੇ ਚੜਿਆ ਸੀਗਾ ਤੇ ਹੁਣ ਫੁੱਟਦੇ ਵੀ ਆ ਗਿਆ। ਉਹ ਤੁਸਾਂ ਦੀ ਦੇਖ ਭਾਨੂ ਜੀ, ਅਸਾਂ ਦੀ ਗੱਲ ਦਾ ਨਾ ਗੁੱਸਾ ਨਾ ਕਰਿਆ ਕਰੋ। ਅਸਾਂ ਨੂੰ ਨਾ ਤੁਸਾਂ ਦੇ ਨਾਲ ਨਾ ਬੜੀ ਉਹ ਹੈ। ਕੀ ਵੈਦ ਜੀ? ਕੀ ਅਸਾਂ ਦਾ ਮਤਲਬ ਹਮਦਰਦੀ ਏ।
ਅਸਲ ਤੁਸਾਂ ਦੇ ਨਾਲ ਬੜੀ ਹਮਦਰਦੀ ਹੈ ਜੀ। ਆ ਗਿਆ ਜੀ, ਆ ਗਿਆ ਜੀ, ਆ ਗਿਆ। ਓਏ ਹਰ ਵਾਰੀ ਗਲਤ ਟਾਈਮ ਤੇ ਆਣਾ, ਗਲਤ ਟਾਈਮ ਤੇ ਆਣਾ। भेज पेशेंट को अंदर भेज। आ जाओ जी, आ जाओ, आ जाओ, आ जाओ। आलू ले लो, गोभी ले लो, आलू ले लो, गोभी ले लो, धनिया ले लो, पुदीना ले लो, आलू ले लो, गोभी ले लो, नी गुस्से वाला कटना तोले, नी बम्बीहा बोले, नी बम्बीहा बोले। आलू गोभी, आलू गोभी, आलू गोभी, आलू गोभी, पादा नहीं से, पादा नहीं से, पादा नहीं से, पादा नहीं से, सारे का मप्पा, सारे का मप्पा, सारे का मप्पा। मास्क पालो, सैनिटाइजर ला लो, दूरी बना लो, सब्जी असा में लेनी कोई नहीं, रेड़ी बजा लो, रेड़ी बजा लो। सारेगा मजा, सारेगा मजा, धक्के खा। ओ नहीं है कुक्कड़ साहब, ओ मैं सब्जियां बेचन नहीं आया इत्थे। मैंने तो ना कल तो प्रेशर जी बोला ही जाता। ओए मैं तो ਉਹਦੀ ਦਵਾਈ ਲੈਣ ਆਇਆ ਸੀ। पहला अस्सा दा नाम ठीक करो। ओए अस्सा दा नाम कुक्कड़ नहीं, अस्सा दा नाम मक्कड़ मक्कड़ मक्कड़, सोन सिंह मक्कड़ है। ਉਹ ਬੈਦ ਜੀ ਮੱਕੜ ਹੋਵੇ ਜਾਂ ਕੁੱਕੜ, ਤੁਸੀਂ ਕਿਹੜਾ ਅੰਡੇ ਦੇਣੇ ਆ? ਅੰਡੇ ਤਾਂ ਕੁੱਕੜੀ ਨਹੀਂ ਦੇਣੇ ਆ। ਅੰਡੇ ਤੋਂ ਯਾਦ ਆਇਆ, ਬੰਦੇ ਦਾ ਕਿਹੜਾ ਪਤਾ ਲੱਗਦਾ ਹੈ। ਇੱਕ ਵਾਰੀ ਸਾਡੇ ਵੈਦ ਸਾਹਿਬ ਨੇ ਇੱਕ ਬੰਦੇ ਨੂੰ ਦਵਾਈ ਦਿੱਤੀ, ਫੇਰ ਕੀ ਬੰਦੇ ਦੇ ਪ੍ਰੈਸ਼ਰ ਬੰਦ ਹੋ ਗਏ ਤੇ ਬੰਦੇ ਨੇ ਅੰਡੇ ਦੇਣੇ ਸ਼ੁਰੂ ਕਰਤੇ। ਉਹ ਮੈਂ ਤਾਂ ਭਾਈ ਫਿਰ ਆਪੇ ਠੀਕ ਹੋ ਜੂ। ਮੈਂ ਚੱਲਿਆ। भाई मजाक कर दे, मजाक कर दे। तुसा बैठो, दवाई लो, बैठो बैठो। ਫੇਰ ਠੀਕ ਆ ਚੱਲ। असा नु तुसा सब्जी बेचने वाले लगने हो। ਉਹ ਨਾ ਮੱਕੜ ਸਾਹਿਬ, ਵੈਸੇ ਤਾਂ ਦਾਸ ਨੂੰ ਨੱਡੂ ਗੁੱਸੇ ਵਾਲਾ ਕਹਿੰਦੇ ਨੇ। हैं नड्डू गुस्से वाला? ओए उजड़ा रफा रफा चलता है। ਹੌਲੀ ਬੋਲੋ ਵੈਦ ਜੀ, ਹੌਲੀ। ਅੱਜ ਕੱਲ ਮੇਰਾ ਟਾਈਮ ਖਰਾਬ ਚੱਲਦਾ। ਇੱਕ ਤਾਂ ਕਰੋਨਾ ਕਰਕੇ ਖਾਣਾ ਖੂੜਾ ਨਹੀਂ ਕੋ ਲੱਗਦਾ, ਇੱਕ ਜਿਹੜਾ ਗਾਣਾ ਕੱਢੀ ਦਾ ਪੁਲਿਸ ਕੋਈ ਨਾ ਕੋਈ ਕੇਸ ਠੋਕ ਦਿੰਦੀ ਆ। ਇਸ ਕਰਕੇ ਫਿਰ ਆਪਾਂ ਸਬਜ਼ੀਆਂ ਦੇ ਕੰਮ ਕਰਦੇ ਆ ਅੱਜ ਕੱਲ। ਤੁਹਾਡੇ ਤਾਂ ਹੋਰ ਵੀ ਬਹੁਤ ਸਾਰੇ ਕੰਮ ਸੀਗੇ ਤੇ ਫਿਰ ਆਹ ਕੱਲਾ ਸਬਜ਼ੀਆਂ ਲਈ ਕਿਉਂ? ਓਏ ਹੋਏ, ਕਿਆ ਮਿੱਠੀ ਆਵਾਜ਼ ਹੈ। ਤੁਸੀਂ ਮੇਰੇ ਨਾਲ ਜੋੜੀ ਬਣਾ ਲਓ, ਆਪਾਂ ਰਲ ਮਿਲ ਕੇ ਸਬਜ਼ੀ ਵੇਚਿਆ ਕਰਾਂਗੇ, ਸਬਜ਼ੀ। ਮੈਨੂੰ ਤਾਂ ਇਹੀ ਕੰਮ ਠੀਕ ਹੈ, ਤੁਸੀਂ ਵੇਚੋ ਸਬਜ਼ੀ। ਉਹ ਕੁੜੀਏ, ਤੈਨੂੰ ਨਹੀਂ ਪਤਾ, ਅੱਜ ਆ ਕਰੋਨਾ ਨੇ ਤਾਂ ਚੰਗੇ ਚੰਗੇ ਸਬਜ਼ੀਆਂ ਵੇਚਣ ਲਾਤੇ। ਆ ਮਿਸਤਰੀ, ਮਜ਼ਦੂਰ ਤੇ ਚੰਗੇ ਚੰਗੇ ਵਕੀਲ ਤੇ ਚੰਗੇ ਚੰਗੇ ਪੜਾਕੂ ਵੀ ਸਬਜ਼ੀਆਂ ਵੇਚੀ ਜਾਂਦੇ ਨੇ। ਅੱਜ ਕੱਲ ਤਾਂ ਸਬਜ਼ੀਆਂ ਵੇਚਣਾ VIP ਕੰਮ ਹੋ ਗਿਆ, VIP। ਤੇ VIP ਬੰਦੇ ਦਾ ਫਿਰ VIP ਕੰਮ ਕਰਦੇ ਨੇ। VIP साहब, तुसा आ लो दवाई। ऐसा तो झिट लत के मारने हो। दवाई लो, असा दे पैसे दो, हैं? घर जाके दवाई खाओ, तंदुरुस्त हो ते सब्जी बेचो, हैं? ਕਰ ਲਾ ਮੱਕੜਾ, ਕਰ ਲਾ, ਤੂੰ ਵੀ ਮਖੌਲ ਕਰ ਲਾ। ਸਾਨੂੰ ਲੱਗ ਲੈਂਦੇ ਜੱਟ ਦੇ ਖਾੜੇ, ਕਰੋਨਾ ਜਾਂ ਮੁੱਕ ਜੇ ਫੇਰ ਤੈਨੂੰ ਪਤਾ ਲੱਗੂ ਜੱਟ ਦੀ ਬੁੱਕਤ ਦਾ। ਆਲੂ ਲੈ ਲੋ, ਗੋਭੀ ਲੈ ਲੋ, ਪੁਦੀਨਾ ਲੈ ਲੋ, ਧਨੀਆ ਲੈ ਲੋ। ਕਿਆ ਜੀ, ਬੰਦੇ ਦਾ ਕਿਹੜਾ ਪਤਾ ਲੱਗਦਾ। ਲੋ ਗੁੱਸੇ ਵਾਲਾ ਨਿਕਲਿਆ ਆ। ओए आ तुसा अंडे वाली गल विच छड्डन दी की लोड़ सी, हैं? ਕਮਾਲ ਹੈ ਵੈਦ ਜੀ, ਐਡਾ ਵੱਡਾ ਬੰਦਾ ਤੇ ਆ ਸਬਜ਼ੀ ਵੇਚਣ ਦਾ ਕੰਮ ਕਰੀ ਜਾਂਦਾ ਹੈ। ਓਏ ਓਏ ਬੀਬਾ, ਓਏ ਹੋ ਜੇ ਸਿੰਗਰਾਂ ਨੇ ਤਾਂ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ, हैं? ਓਏ ਓਏ ਅੱਜ ਕੱਲ ਦੀ ਪੀੜ੍ਹੀ ਨੂੰ ਗਲਤ ਕੰਮਾਂ 'ਚ ਪਾਉਂਦੇ ਨੇ।
ਕਦੇ ਨਸ਼ੇ ਦੀ ਗੱਲ ਕਰਨੇ ਨੇ, ਉਹ ਕਦੇ ਹਥਿਆਰਾਂ ਦੀ ਗੱਲ ਕਰਨੇ ਨੇ। ਇਸ ਤੋਂ ਬਿਨਾਂ ਤਾਂ ਇਹਨਾਂ ਕੋਲੇ ਕੰਮ ਹੀ ਕੋਈ ਨਹੀਂ। ਫਿਰ ਤੁਸੀਂ ਵੈਦ ਜੀ ਨੂੰ ਦਵਾਈ ਕਿਉਂ ਦਿੱਤੀ? वो ये गला काटी है बीबा जी, तुसा ने असा ने घट समझा क्या? असा उसनू ऐसी दवाई दी है, ऐसी दवाई दी है कि अगले 3 महीने तक ना गाना गा सकेगा ते ना सब्जी बेच सकेगा। पेशेंट भेजो, पेशेंट भेजो। भाने जी, तुसा ना जान की गल ना करा करो। असा ना इं होने लग पैंदा। तुसा जाना नहीं असा छड्ड के, हैं? समझ गए ना तुसा? हैं? आ गया जी, आ गया। एक हो मरीज आ गया। हमेशा गलत टाइम ते आना ओए। भेज 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 पेशेंट नू। आ जाओ जी, आ जाओ। ਉਹ ਡਾਕਟਰ ਸੁਣਿਆ ਤੂੰ ਆ ਲਾਕਡਾਊਨ ਦੇ ਵਿੱਚ ਬੜੇ ਬੰਦੇ ਠੀਕ ਕਰੀ ਜਾਂਦਾ ਓਏ ਹੈਂ डॉक्टर भी जी, वैद कहो वैद। ਵੈਦ ਕਹੋ ਓਏ ਪੰਜਾਬ ਪੁਲਿਸ ਦੀ ਮਰਜ਼ੀ ਆ ਓਏ ਡਾਕਟਰ ਕਵੇ ਚਾਹੇ ਵੈਦ ਨਾ ਤੂੰ ਕੌਣ ਹੁੰਦਾ ਓਏ ਪੰਜਾਬ ਪੁਲਿਸ ਨੂੰ ਹਦਾਇਤ ਜਾਰੀ ਕਰਨ ਵਾਲਾ ਹੈਂ जनाब जी, सरताप सरकार इसकी कीमत कि तुसा कुछ कह सके। बड़ा कमजोर दिल का बंदा है ना, जरा प्यार नाल गल कर, प्यार नाल। ਨਾ ਪਿਆਰ ਨਾਲ ਗੱਲ ਕਰਨ ਨੂੰ ਏ ਨੀਰੂ ਬਾਜਵਾ ਹੈਂ ਓਏ ਪੰਜਾਬ ਪੁਲਿਸ ਤਾਂ ਬਸ ਨੀਰੂ ਬਾਜਵਾ ਨਾਲ ਹੀ ਪਿਆਰ ਨਾਲ ਗੱਲ ਕਰਦੀ ਆ ਓਏ ओ जनाब, गुस्सा थको जनाब। तुसा हुक्म करो। ਓਏ ਡਾਕਟਰਾ ਹੁਕਮ ਹਾਕਮ ਤਾਂ ਬਾਅਦ 'ਚ ਕਰੂੰਗਾ ਪਹਿਲਾਂ ਤਾਂ 2000 ਰੁਪਏ ਜੁਰਮਾਨਾ ਕੱਟ 2000 रुपया? 2000 रुपया कादा जनाब? ਓ ਤੈਨੂੰ ਦੀਦਾ ਨਹੀਂ ਆ ਬਾਂਦਰ ਜਿਹੇ ਨੇ ਮਾਸਕ ਨਹੀਂ ਪਾਇਆ ਹੋਇਆ ਤੇ ਤੈਨੂੰ ਪਤਾ ਨਾ ਸਰਕਾਰ ਨੇ ਮਾਸਕ ਨਾ ਪਾਉਣ ਤੇ 2000 ਰੁਪਏ ਜੁਰਮਾਨਾ ਰੱਖਿਆ ਹੋਇਆ ਹੈ पर जनाब मास्टर तुसी भी नहीं पाया। ਓਏ ਤੇਰੀ ਕਚੀੜ ਦੀ ਹੈਂ ਪੰਜਾਬ ਪੁਲਿਸ ਨੂੰ ਟਾਰਗੇਟ ਓਏ ਪੰਜਾਬ ਪੁਲਿਸ ਦੀ ਇਹ ਮਰਜ਼ੀ ਹੈ ਕਿ ਮਾਸਕ ਪਾਵੇ ਚਾਹੇ ਨਾ ਪਾਵੇ ਓਏ ਪੰਜਾਬ ਪੁਲਿਸ ਤਾਂ कोरोना प्रूफ होती है ओए समझ गया ओ जनाब, ये तो कमरा है जी, ये तो कमरा है। तुसा असल दसो केड़ी दवाई चाहिए? ਓਏ ਡਾਕਟਰਾ ਆ ਪਿਛਲੇ ਕਈ ਦਿਨਾਂ ਤੋਂ ਨਾ ਮੇਰੇ ਆ ਪਿੱਛੇ ਆ ਖਿੱਚ ਜੀ ਪਈ ਹੋਈ ਆ ਆ ਲੋਕਾਂ ਦੇ ਤੁਸੀਂ ਬਹੁਤ ਕੁੱਟੇ ਨੇ ਨਾ, ਇਹ ਤਾਂ ਪਈ ਹੋਈ ਹੈ। ਕੀ ਹਾਂ ਓਏ ਅਸਾਂ ਦਾ ਮਤਲਬ ਹੈ ਜਨਾਬ ਆ ਲਾਕਡਾਊਨ ਵਿੱਚ ਜਨਾਬ ਨੇ ਲੋਕਾਂ ਦੀ ਸੇਵਾ ਬਹੁਤ ਕੀਤੀ ਹੈ ਨਾ। ਆ ਲੋੜ ਤੋਂ ਜ਼ਿਆਦਾ ਕੰਮ ਕੀਤਾ ਜਨਾਬ ਨੇ। ਠੀਕ ਹੈ ਕੋਈ ਨਸ ਨੁਸ ਤਾਂ ਕੀ ਹੋਣੀ ਹੈ ਤੁਸਾਂ ਦੀ? ਅਸਾਂ ਹੁਣ ਜਨਾਬ ਦੀ ਨਸ ਦੱਬ ਕੇ ਠੀਕ ਕਰ ਦੇंगे। भानु आ जनाब दी नाश्ता दबी जरा। जी वैद जी। नस दबाओ जी। ਓਏ ਹੋਏ 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 ਓਏ ਡਾਕਟਰਾ ਓਏ ਆ ਤੂੰ ਨਸਾਂ ਤੋਂ ਨੂੰ ਰੱਖੀ ਆ हाँ जी। ਓਏ ਹੋਏ ਓਏ ਤੂੰ ਤਾਂ ਵਿਕਾ ਭਾਵੇਂ ਮੇਰਾ ਕਵਾਈ ਦੱਬ ਦੇ जी तो मेरा भी यही करता। ओए दब दे भानु, दब दे। ठीक है हाँ असल का मतलब है जनाब दी नस दब दो भानु जी। आओ जनाब जी, हुने ठीक हो जाओगे देखो। किवें कितना दा फील हो रहा है? बड़ा ही
ਗੁੱਡ ਗੁੱਡ ਫੀਲ ਹੋਏ ਗੁੱਡ ਗੁੱਡ ਆ ਪਿੱਛੇ ਚੰਗਾ ਬੀਬਾ ਮਿਲਦੇ ਆ ਫਿਰ ਜਲਦੀ ਚੰਗਾ ਮੱਕੜਾ ਓਏ ਇੱਕ ਗੱਲ ਹੋਰ ਯਾਦ ਰੱਖੀ ਜੀ 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 ਆ ਬਾਂਦਰ ਜਿਹਦੇ ਮਾਸਕ ਪਵਾ ਕੇ ਰੱਖੀ ਹਾਂ ਧੰਨੋ ਪ੍ਰਭੂ ਤੁਸੀਂ ਧੰਨੋ। ਲੈ ਬੰਦੇ ਦਾ ਕੁਝ ਪਤਾ ਲੱਗਦਾ ਪਹਿਲਾਂ ਲੋਕਾਂ ਦੇ ਕੁੜੇ ਕੁੜਦਾ ਸੀ ਹੁਣ ਉਹਦੇ ਹੱਥ ਦੁਖੀ ਜਾਂਦੇ ਆ ਓਏ ਬਸ ਕਰੇ ਤਸਾਂ ਦੇ ਦੁਖਣ ਲਾ ਦੇ ਰਹੇ ਜਾਓ ਪੇਸ਼ੈਂਟ ਭੇਜੋ ਜਾਓ ਪੇਸ਼ੈਂਟ ਭੇਜੋ। ਕਿੱਡਾ ਬਦਤਮੀਜ਼ ਤੇ ਠਰਕੀ ਪੁਲਿਸ ਵਾਲਾ ਸੀ ਜੀ ਕਰਦਾ ਸੀ ਸੱਚਿਆਂ ਹੀ ਉਹਦਾ ਗਲਾ ਦਬਾ ਦੇ। ਨਾ ਭਾਨੇ ਜੀ ਤਸਾਂ ਦੇ ਪਿਆਰੇ ਪਿਆਰੇ ਮੁਲਾਇਮ ਹੱਥ ਗਲਾ ਦੱਬਣ ਵਾਸਤੇ ਨਹੀਂ ਇਹ ਤਾਂ ਅਸਾਂ ਦੇ ਗਲੇ 'ਚ ਪੈਣ ਵਾਸਤੇ ਨੇ ਭਾਨੇ ਜੀ ਗਲੇ 'ਚ ਪੈਣ ਵਾਸਤੇ ਗਲੇ ਵਿੱਚ ਪਾਈ ਜਾਂਦੇ ਹੋ ਮੈਂ ਜੀ। ਓਏ ਕੌਣ ਆ ਗਿਆ ਓਏ ਓਏ ਫਿਰ ਗਲਤ ਟਾਈਮ ਤੇ ਆਣਾ ਆ ਜਾ ਮਰੀਜ਼ ਲੈ ਕੇ ਆਇਆ ਜੀ। ਅੱਛਾ ਹਾਂਜੀ ਦੇਖ ਆਜੋ ਜੀ ਆਜੋ ਮਰੀਜ਼ ਆਜੋ ਜੀ ਆਜੋ 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 ਰਾਮ ਬੈਠ ਜੀ ਰਾਮ ਜੀ ਮੈਂ ਤੁਹਾਡੇ ਕੋਲ ਬੜੀ ਆਸ ਲੈ ਕੇ ਆਇਆ ਹੈ ਆਸ ਲੈ ਕੇ ਓਏ ਆਸ ਨੂੰ ਅਸਾਂ ਕਿਹੜਾ ਨਿਰਮਲ ਬਾਬੇ ਆ ਜੋ ਲੋਕਾਂ ਦੀ ਆਸ ਪੁਗਾਉਂਦੇ ਆ ਤੁਸੀਂ ਕੰਮ ਬੋਲੋ ਦਵਾਈ ਕਿਹੜੀ ਲੈਣੀ ਹੈ। ਆ ਮੇਰਾ ਬੇਟਾ ਹੈ ਜੀ ਇਹ ਪਿਛਲੇ ਕੁਝ ਦਿਨਾਂ ਤੋਂ ਨਾ ਤਾਂ ਕੁਝ ਖਾ ਪੀ ਰਿਹਾ ਨਾ ਹੀ ਕਿਸੇ ਨਾਲ ਗੱਲ ਕਰਦਾ ਤੇ ਇੱਕ ਕੋਨੇ ਵਿੱਚ ਬੈਠਾ ਰੋਂਦਾ ਰਹਿੰਦਾ इधर आओ बच्चा मास्क जरूरी है हाँ लगा इधर लगा हाँ वेरी गुड बड़ा अच्छा बच्चा है ठीक है भाई साहब उम्र कितनी है अपने बच्चे की जी 12 साल किहड़ी क्लास में पढ़ता है जी 7वीं च पढ़ता है 7वीं च पढ़ता है पर स्कूल नहीं जाता वो लॉकडाउन करके स्कूल बंद होए हुए ने इस करके घरे ही इंटरनेट ते क्लासां लग गई तू सभी काम कर ले जी मैं फूड सप्लाई दे विच ऑडिटर है कितने बजे जाते हो तो कितने बजे आते हो लॉकडाउन ਦੇ ਵਿੱਚ ਤਾਂ ਡਿਊਟੀ ਦਾ ਕੋਈ ਟਾਈਮ ਹੀ ਨਹੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੀ ਕਾਫੀ ਦੇਰ ਹੋ ਜਾਂਦੀ ਹੈ ਤੇ ਬੱਚੇ ਦੇ ਮੰਮੀ ਜੀ ਜੀ ਉਹ ਪ੍ਰਾਈਵੇਟ ਸਕੂਲ ਵਿੱਚ ਟੀਚਰ ਨੇ ਤੇ ਉਹ ਵੀ ਸਕੂਲ ਜਾਂਦੇ ਨੇ ਜੀ ਹਾਂ ਉਹ ਵੀ ਸਕੂਲ ਜਾਂਦੇ ਨੇ ਲਾਕਡਾਊਨ ਵਿੱਚ ਵੀ ਲਾਕਡਾਊਨ ਤਾਂ ਨਾਮ ਦਾ ਹੀ ਹੈ ਜੀ ਸਕੂਲ ਤਾਂ ਲੱਗਦਾ ਹੀ ਹੈ ਜੇ ਸਕੂਲ ਨਾ ਜਾਣ ਤੇ ਪ੍ਰਿੰਸੀਪਲ ਨੂੰ ਕੁਝ ਕਹੀਏ ਤਾਂ ਉਹ ਕਹਿੰਦੇ ਆ ਵੀ ਜਾਂ ਤਾਂ ਸਕੂਲ ਆਓ ਨਹੀਂ ਤਾਂ ਤੁਹਾਡੀ ਨੌਕਰੀ ਗਈ ਸਮਝੋ ਇਸ ਲਈ ਉਹਨਾਂ ਨੂੰ ਜਾਣਾ ਪੈਂਦਾ ਇਸ ਦਾ ਮਤਲਬ ਬੱਚਾ ਆਨਲਾਈਨ ਕਲਾਸਾਂ ਘਰ ਵਿੱਚ ਰਹਿ ਕੇ ਇਕੱਲਾ ਹੀ ਲਾਉਂਦਾ ਜੀ ਸਮਝ ਗਿਆ ਭਾਈ ਸਾਹਿਬ ਅਸਾਂ ਸਾਰੀ ਗੱਲ ਸਮਝ ਗਿਆ ਤੁਸੀਂ ਦੇ ਬੱਚੇ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੈ ਬਸ ਤੁਸੀਂ ਦੇ ਸਾਥ ਦੀ ਲੋੜ ਹੈ ਭਾਈ ਸਾਹਿਬ ਤੁਸੀਂ ਦੇ ਸਾਥ ਦੀ ਵੈਦ ਜੀ ਮੈਂ ਕੁਝ ਸਮਝਿਆ ਨਹੀਂ असा समझाने तुसां देखो एक तो कोरोना करके पहले ही अपना घरों आना जाना बंद होया पे ना भाई साहब जी वैद जी जिस करके अद्धे तक पहले ही ऐसा कल्ले हो गया ते दूसरा आ मोबाइल ने आ जेड़े हर बंदे दे हाथ च ने अपने ही घर दे विच बंदे नूं कल्ला कर छड्डिया बाप इस पासे बैठा हुंदा माता इस पासे बैठी हुंदी है बच्चा मोबाइल ते होमवर्क कर रहा हुंदा किसी नूं किसी दी बीमारी दा पता ही कोई नहीं ते तीसरा भाई साहब आ जिहड़ी स्कूलां वालियां ने आ मोबाइलां दे उत्ते बच्चों दे निक्के बच्चों दे हाथ विच मोबाइलां उत्ते ऑनलाइन पढ़ाई शुरू करवा दी है ना इसने बच्चों नूं अखां दे तौर ते नहीं अखां दे लेवल ते नहीं भाई साहब
ਦਿਮਾਗੀ ਤੌਰ ਤੇ ਵੀ ਬਿਮਾਰ ਕਰ ਛੱਡਿਆ ਹੈ। ਅੱਜ ਬੱਚੇ ਬਹੁਤ ਜ਼ਿਆਦਾ ਇਕੱਲਾਪਨ ਮਹਿਸੂਸ ਕਰ ਰਹੇ ਨੇ। ਜਿਸ ਟਾਈਮ ਤੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੇ, ਆਪਣੇ ਸਾਥੀ ਸੰਗੀਆਂ ਦੀ ਸਾਥ ਦੀ ਲੋੜ ਹੈ, ਉਸ ਟਾਈਮ ਤੇ ਬੱਚੇ ਇਕੱਲੇ ਬੈਠ ਕੇ ਮੋਬਾਈਲਾਂ ਦੇ ਉੱਤੇ ਪੜ੍ਹਾਈ ਕਰੀ ਜਾ ਰਹੇ ਨੇ। ਤੇ ਇਹਨਾਂ ਹਾਲਾਤਾਂ ਦੇ ਵਿੱਚ ਬੱਚਾ ਗੁੰਮਸੁਮ ਵੀ ਹੋਏਗਾ ਭਾਈ ਸਾਹਿਬ। ਇਸੇ ਕਰਕੇ ਮੈਂ ਕਹਿ ਰਿਹਾ ਕਿ ਤੁਸਾਂ ਦੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕੋਈ ਬਿਮਾਰੀ ਨਹੀਂ ਹੈ। ਇਸ ਨੂੰ ਬਸ ਮਾਤਾ ਪਿਤਾ ਦਾ ਪਿਆਰ ਚਾਹੀਦਾ ਹੈ, ਮਾਤਾ ਪਿਤਾ ਦਾ ਦੁਲਾਰ ਚਾਹੀਦਾ ਹੈ। ਦੇਖੋ ਭਾਈ ਸਾਹਿਬ, ਇੱਕ ਗੱਲ ਪੱਕੀ ਹੈ ਕਿ ਇਹ ਮੋਬਾਈਲ ਬੱਚਿਆਂ ਨੂੰ ਪੜ੍ਹਾਈ ਦੇ ਸਕਦੇ ਨੇ, ਪਰ ਚੰਗੇ ਸੰਸਕਾਰ, ਮਾਤਾ ਪਿਤਾ ਦਾ ਪਿਆਰ, ਦੁਲਾਰ ਇਹ ਮੋਬਾਈਲ ਨਹੀਂ ਦੇ ਸਕਦੇ, ਕਦੇ ਨਹੀਂ ਦੇ ਸਕਦੇ ਭਾਈ ਸਾਹਿਬ। ਬੱਚਿਆਂ ਨੂੰ ਤਾਂ ਆਪਣੇ ਮਾਤਾ ਪਿਤਾ ਦਾ ਪਿਆਰ ਚਾਹੀਦਾ ਹੈ, ਮਾਤਾ ਪਿਤਾ ਦਾ ਦੁਲਾਰ ਚਾਹੀਦਾ ਹੈ। ਬਸ ਹੁਣ ਤੁਸੀਂ ਆਪਣੇ ਬੱਚੇ ਨੂੰ ਘਰ ਲੈ ਜਾਓ ਤੇ ਪੂਰੇ ਇੱਕ ਹਫ਼ਤੇ ਲਈ ਆਪਣੇ ਦਫ਼ਤਰ ਤੋਂ ਛੁੱਟੀ ਲੈ ਲਓ ਤੇ ਨਾਲ ਇਸ ਦੀ ਮਾਤਾ ਨੂੰ ਵੀ ਕਹੋ ਕਿ ਸਕੂਲੋਂ ਇੱਕ ਹਫ਼ਤੇ ਦੀ ਛੁੱਟੀ ਲੈ ਲੈਣ ਤੇ ਆਪਣੇ ਬੱਚੇ ਦੇ ਨਾਲ ਬੈਠ ਕੇ ਇੱਕ ਹਫ਼ਤਾ ਪਿਆਰ ਨਾਲ ਗੁਜ਼ਾਰੋ, ਦੁਲਾਰ ਨਾਲ ਗੁਜ਼ਾਰੋ। ਫਿਰ ਵੇਖਣਾ ਭਾਈ ਸਾਹਿਬ, ਤੁਸਾਂ ਦਾ ਬੱਚਾ ਪੂਰਾ ਫਿੱਟ ਐਂਡ ਫਾਈਨਲ ਹੋ ਜਾਣਾ, ਫਿੱਟ ਐਂਡ ਫਾਈਨਲ। ਜੀ ਵੈਦ ਜੀ, ਤੁਸੀਂ ਬਹੁਤ ਚੰਗੀ ਤਰ੍ਹਾਂ ਸਮਝਾਇਆ। ਅੱਜ ਤੱਕ ਇਹ ਗੱਲਾਂ ਸਾਨੂੰ ਕਿਸੇ ਨੇ ਦੱਸੀਆਂ ਹੀ ਨਹੀਂ ਤੇ ਅਸੀਂ ਆਪ ਹੀ ਆਪਣੇ ਬੱਚਿਆਂ ਤੋਂ ਦੂਰ ਹੋ ਰਹੇ ਸੀ। ਬਹੁਤ ਬਹੁਤ ਧੰਨਵਾਦ ਵੈਦ ਜੀ, ਬਹੁਤ ਬਹੁਤ ਧੰਨਵਾਦ। ਹੁਣ ਮੈਂ ਆਪਣੇ ਬੱਚੇ ਨੂੰ ਕਦੇ ਵੀ ਇਕੱਲਾ ਨਹੀਂ ਛੱਡਾਂਗਾ। ਚੱਲ ਪੁੱਤ, ਅੱਜ ਤੋਂ ਬਾਅਦ ਤੈਨੂੰ ਮੈਂ ਪੜ੍ਹਾਊਂਗਾ। ਚੱਲ ਆ ਭਾਈ ਸਾਹਿਬ, ਇੱਕ ਗੱਲ ਹੋਰ ਹੈ, ਉਹ 7 ਦਿਨ ਜਿਹੜੇ ਤੁਸੀਂ ਛੁੱਟੀ ਲੈਣੀ ਹੈ ਨਾ, ਹਾਂਜੀ ਤੁਸਾਂ ਦਾ, ਹਾਂਜੀ ਤੁਸਾਂ ਦੇ ਬੱਚੇ ਦਾ ਹਾਂਜੀ ਤੇ ਤੁਸਾਂ ਦੇ ਬੱਚੇ ਦੀ ਮਾਤਾ ਦਾ ਹਾਂਜੀ ਮੋਬਾਈਲ ਮੇਰੇ ਕੋਲੇ ਛੱਡ ਜਾਣਾ। ਠੀਕ ਹੈ ਜਨਾਬ, ਠੀਕ ਹੈ। ਤੇ ਅਸਾਂ ਦੀ ਆਪ ਸਭ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਮਾਸਕ ਪਾ ਕੇ ਰੱਖੋ, ਹੱਥ ਧੋਂਦੇ ਰਹੋ ਤੇ ਸਮਾਜਿਕ ਦੂਰੀ ਬਣਾ ਕੇ ਰੱਖੋ। ਆਪਾਂ ਸਾਰਿਆਂ ਨੇ ਮਿਲ ਕੇ ਕਰੋਨਾ ਨਾਲ ਲੜਨਾ ਹੈ ਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨਾ ਹੈ। ਪੇਸ਼ੇ ਨਜ਼ਰ ਦੇ ਵਿੱਚ ਤੁਸੀਂ ਨਾਟਕ ਵੇਖਿਆ ਪ੍ਰਵੀਨ ਸ਼ਰਮਾ ਜੀ ਦਾ, ਔਰ ਬੰਦੇ ਦਾ ਕੁਝ ਪਤਾ ਲੱਗਦਾ ਹੈ। ਔਰ ਇਸ ਨਾਟਕ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਇਸ ਕਰੋਨਾ ਵਾਇਰਸ ਦੇ ਦੌਰ ਦੇ ਵਿੱਚ ਸਾਨੂੰ ਫੇਸ ਕਰਨੀਆਂ ਪੈ ਰਹੀਆਂ, ਔਰ ਕੀ ਕੁਝ ਕਰਨਾ ਚਾਹੀਦਾ, ਕੀ ਕੁਝ ਨਹੀਂ ਕਰਨਾ ਚਾਹੀਦਾ, ਇਹੋ ਮੁੱਦੇ ਜਿਹੜੇ ਨੇ ਉਹ ਉਠਾਏ ਨੇ। ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕਦੀ ਅਸੀਂ ਬੱਚਿਆਂ ਨੂੰ ਟਾਈਮ ਦੇਣ ਦੀ ਗੱਲ ਕਰਦੇ ਹਾਂ ਘਰ ਦੇ ਵਿੱਚ, ਤੇ ਅਕਸਰ ਇਸ ਗੱਲ ਤੋਂ ਹਮੇਸ਼ਾ ਪਿੱਛੇ ਰਹਿ ਜਾਂਦੇ ਹਾਂ ਕਿ ਬੱਚਿਆਂ ਨੂੰ ਸਮਾਂ ਦਿੱਤਾ ਹੀ ਨਹੀਂ ਜਾਂਦਾ, ਕਿਉਂਕਿ ਦੋਨੋਂ ਮਾਤਾ ਪਿਤਾ ਜਿਹੜੇ ਨੇ ਹੁੰਦੇ ਨੇ ਉਹ ਹਮੇਸ਼ਾ ਵਿਵਸਾਈ ਹੁੰਦੇ ਨੇ, ਨੌਕਰੀ ਕਰਦੇ ਹੁੰਦੇ ਨੇ, ਔਰ ਇਹੋ ਜਿਹੇ ਹਾਲਾਤਾਂ ਵਿੱਚ ਬੱਚੇ ਜਿਹੜੇ ਨੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ। ਤੇ ਉਸ ਇਕੱਲੇਪਨ ਦੇ ਵਿੱਚ ਬੱਚਾ ਜਿਹੜਾ ਆ ਉਹ ਕਈ ਵਾਰ ਡਿਪਰੈਸ਼ਨ ਦੇ ਵਿੱਚ ਵੀ ਚਲਾ ਜਾਂਦਾ ਤੇ ਕਈ ਵਾਰ ਖਾਣਾ ਪੀਣਾ ਵੀ ਛੱਡ ਦਿੰਦਾ। ਜਿਹੋ ਜਿਹੀ ਇਸ ਘਟਨਾ, ਇਸ ਨਾਟਕ ਦੇ ਵਿੱਚ ਘਟਨਾ ਜਿਹੜੀ ਆ ਉਹ ਤੁਸੀਂ ਵੇਖੀ ਹੈ। ਹੋਰ ਵੀ ਬੜੇ ਸਾਰੇ ਮੁੱਦੇ ਨੇ ਔਰਤ ਨਾਲ ਸੰਬੰਧਿਤ, ਸਮਾਜ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਨੇ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਸਿੰਗਰ ਹੈ, ਚਾਹੇ ਉਹ ਕੋਈ ਹੋਰ ਹੈ, ਉਹਦਾ ਨਜ਼ਰੀਆ ਕਿਹੋ ਜਿਹਾ, ਉਹਦੀ ਨਜ਼ਰ ਕਿਹੋ ਜਿਹੀ ਆ, ਉਹ ਹਮੇਸ਼ਾ ਕਿਸ ਨਜ਼ਰ ਦੇ ਨਾਲ ਵੇਖਦਾ। ਇਹੋ ਜਿਹੀ ਗੱਲਬਾਤ ਵੀ ਜਿਹੜੀ ਆ ਮੈਨੂੰ ਲੱਗਦਾ ਇਸ ਨਾਟਕ ਦੇ ਵਿੱਚ ਜਿਹੜੀ ਆ ਉਹ ਇਸ ਪੇਸ਼ਕਾਰੀ ਦੇ ਵਿੱਚ ਵੇਖਣ ਨੂੰ ਮਿਲੀ ਹੈ। ਗੱਲਬਾਤ ਜਿਹੜੀ ਆ ਉਹ ਪ੍ਰਵੀਨ ਸ਼ਰਮਾ ਜੀ ਦੇ ਨਾਲ ਕਰਦੇ ਆ, ਕਿਉਂਕਿ 3 ਸੈਗਮੈਂਟ ਜਿਹੜੇ ਨੇ ਉਹ ਲਗਭਗ ਅਸੀਂ ਕੰਪਲੀਟ ਕਰ ਚੁੱਕੇ ਹਾਂ। ਚੌਥੇ ਸੈਗਮੈਂਟ ਦੇ ਵਿੱਚ ਅਸੀਂ ਪ੍ਰਵੇਸ਼ ਕਰ ਗਏ ਹਾਂ ਚਰਚਾ ਦੇ ਵਿੱਚ। ਅਸੀਂ ਗੱਲਬਾਤ ਕਰਾਂਗੇ ਇਸ ਨਾਟਕ ਦੇ ਬਾਰੇ ਔਰ ਪ੍ਰਵੀਨ ਸ਼ਰਮਾ ਜੀ ਦੇ ਜੀਵਨ ਦੇ ਬਾਰੇ, ਉਹਨਾਂ ਦੇ ਅਨੁਭਵ ਦੇ ਬਾਰੇ। ਹਾਂਜੀ ਪ੍ਰਵੀਨ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਜੀ ਇੱਕ ਵਾਰ ਫਿਰ ਚਰਚਾ ਦੇ ਵਿੱਚ ਜੀ। ਔਰ ਨਾਟਕ ਬਹੁਤ ਵਧੀਆ ਸੀ, ਸਮੇਂ ਦਾ ਸੱਚ ਹੈ ਇਹ,
ਔਰ ਇਹਦੇ ਵਿੱਚ ਬੜੇ ਮੁੱਦੇ ਜਿਹੜੇ ਨੇ ਉਹ ਤੁਸੀਂ ਉਠਾਏ ਨੇ। ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਸੀ ਕੁਐਸਚਨਿੰਗ ਦੀ। ਜੀ ਸਾਡੇ ਸਮਾਜ ਦੇ ਵਿੱਚ ਇੱਕ ਪ੍ਰਸ਼ਨ ਉਠਾਉਣਾ ਜਿਹੜਾ ਨਾ ਉਹ ਬਹੁਤ ਔਖਾ ਲੱਗਦਾ ਹੈ ਲੋਕਾਂ ਨੂੰ। ਪ੍ਰਸ਼ਨ ਉਠਾਉਣਾ ਬੜਾ ਔਖਾ ਲੱਗਦਾ ਕਿ ਕੁਐਸਚਨਿੰਗ ਜੇ ਕਰ ਲਈਏ ਮੋਹਰਿਓਂ ਪਤਾ ਨਹੀਂ ਕੀ ਹੋ ਜਾਣਾ, ਬੌਸ ਨੇ ਕੀ ਕਰ ਦੇਣਾ, ਜਾਂ ਫਿਰ ਕਿਸੇ ਨੇ ਕੀ ਸਵਾਲ ਕੀ ਗੱਲ ਕਰ ਦੇਣੀ। ਜਿਵੇਂ ਤੁਸੀਂ ਪੁਲਿਸ ਵਾਲੇ ਨੂੰ ਬੜਾ ਖੂਬਸੂਰਤ ਵਿੱਚ ਉਹ ਤੁਸੀਂ ਕਿਰਦਾਰ ਕੀਤਾ ਸੀਗਾ ਕਿ ਉਹਦੇ ਵਿੱਚ ਤੁਸੀਂ ਵੀ ਮਾਸਕ ਨਹੀਂ ਪਾਇਆ। ਇਹ ਹਨਾ ਮੈਨੂੰ ਲੱਗਦਾ ਹੁੰਦਾ ਕਿ ਇਹੋ ਜਿਹੇ ਸਵਾਲ ਜਦੋਂ ਕਿਤੇ ਕਿਸੇ ਅਥਾਰਟੀ ਨੂੰ ਕੀਤੇ ਜਾਣ ਤੇ ਫਿਰ ਸੰਵਾਦ ਅੱਗੇ ਚੱਲਦਾ ਔਰ ਉਹਦਾ ਸੋਲੂਸ਼ਨ ਜਿਹੜਾ ਕੋਈ ਨਾ ਕੋਈ ਜ਼ਰੂਰ ਨਿਕਲਦਾ ਹੁੰਦਾ। ਔਰ ਇਹੋ ਜਿਹੀ ਕੁਐਸਚਨਿੰਗ ਜਿਹੜੀ ਹੈ, ਇਹੋ ਜਿਹੇ ਸਵਾਲ ਜਿਹੜੇ ਆ ਉਹ ਉੱਠਦੇ ਰਹਿਣੇ ਚਾਹੀਦੇ ਆ। ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਬੜੀਆਂ ਸਾਡੇ ਨਾਲ, ਕਿਉਂਕਿ ਮੈਂ ਪਹਿਲਾਂ ਵੀ ਉਹਨਾਂ ਦੇ ਮੈਸੇਜ ਪੜ੍ਹਨੇ ਚਾਹੁੰਦਾ ਸੀ ਪਰ ਟੈਕਨੀਕਲ ਕਾਰਨ ਕਰਕੇ ਸਾਡਾ ਸੰਪਰਕ ਟੁੱਟ ਗਿਆ। ਸਾਡੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਡਾਕਟਰ ਵੀਨਾ ਅਰੋੜਾ, ਦਵਿੰਦਰ ਕੁਮਾਰ, ਗੁਰਪ੍ਰੀਤ ਕੌਰ ਭੰਗੂ ਜੀ, ਕਮਲੇਸ਼ ਉੱਪਲ ਜੀ। ਕੰਗ੍ਰੈਟਸ ਗੁਰਵਿੰਦਰ ਜੀ ਐਂਡ ਟੀਮ ਐਜ਼ they say earnest aspirants are duly rewarded। ਹਰੀਸ਼ ਖੁਰਾਨਾ ਜੀ ਸਾਡੇ ਨਾਲ ਜੁੜੇ ਹੋਏ ਨੇ, ਬਲਜੀਤ ਸਿੰਘ ਮੋਗਾ ਤੋਂ ਜੁੜੇ ਹੋਏ ਨੇ, ਪਰਮਿੰਦਰ ਸਵੈਚ ਜੁੜੇ ਹੋਏ ਨੇ, ਬਲਕਾਰ ਸਿੱਧੂ ਜੀ, ਸੁਨੀਲ ਕੁਮਾਰ, ਹਰਮੀਤ ਸਿੰਘ ਜੀ, ਗੁਰਪ੍ਰੀਤ ਕੌਰ ਭੰਗੂ ਜੀ, ਜਸਵਿੰਦਰ ਲਫਜ਼। ਔਰ ਸਾਡੇ ਨਾਲ ਤੁਹਾਡੀ ਪੇਸ਼ਕਾਰੀ ਦੀ ਬੜੀ ਤਾਰੀਫ ਕੀਤੀ ਸਾਡੇ ਦਰਸ਼ਕਾਂ ਨੇ। ਔਰ ਇੰਦਰਜੀਤ ਸਿੰਘ ਭਾਟੀਆ ਇਹਨੂੰ ਸੰਪੂਰਨ ਰੰਗ ਮੰਚ ਦਾ ਨਾਮ ਦੇ ਕੇ ਹੌਸਲਾ ਅਫਜ਼ਾਈ ਕਰਦੇ ਨੇ। ਔਰ ਪੰਜਾਬ ਪੁਲਿਸ, ਵਾਹ ਜੀ ਪੰਜਾਬ ਪੁਲਿਸ ਇੱਕ ਸਟਾਇਰਡ ਜਿਹੜਾ ਮੈਨੂੰ ਲੱਗਦਾ ਇੱਥੇ ਕੁਝ ਬੋਲ ਹੈ। ਸੁਧੀਰ ਬਠਿੰਡੀਅਨ ਜੀ ਲਿਖਦੇ ਨੇ, ਮੁੰਡੇ ਦੇ ਬਾਪੂ ਨੂੰ ਵੀ ਮਾਸਕ ਕਹਿੰਦੇ ਪਵਾ ਦੇਣਾ ਸੀਗਾ ਤੇ ਚਲੋ ਲਾਸਟ ਤੇ ਮਾਸਕ, ਕਿਉਂਕਿ ਇਹ ਵੀ ਇੱਕ, ਕਿਉਂਕਿ ਦਰਸ਼ਕ ਜਿਹੜਾ ਹੈ ਉਹ ਸਾਹਮਣੇ ਬੈਠਾ ਸਭ ਕੁਝ ਮਹਿਸੂਸ ਕਰਦਾ ਕੀ ਹੋਣਾ ਕੀ ਨਹੀਂ ਹੋਣਾ ਚਾਹੀਦਾ, ਪਰ ਅਖੀਰ ਤੇ ਜਿਹੜਾ ਮੈਸੇਜ ਤੁਸੀਂ ਦਿੱਤਾ ਉਹ ਬੜਾ ਕਮਾਲ ਦਾ ਰਿਹਾ। ਔਰ ਸਾਡੇ ਨਾਲ ਇੰਦਰਜੀਤ ਸਿੰਘ ਭਾਟੀਆ ਜੀ ਸਹੀ ਦੱਸ ਰਹੇ ਆਨਲਾਈਨ ਪੜ੍ਹਾਈ ਦਾ ਸੰਤਾਪ, ਪਰ ਹੱਲ ਵੀ ਕੀ ਹੈ। ਗੱਲ ਬਿਲਕੁਲ ਠੀਕ ਹੈ ਕਿ ਜਿਹੋ ਜਿਹੇ ਹਾਲਾਤ ਚੱਲ ਰਹੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਕੀ ਕੀਤਾ ਜਾ ਸਕਦਾ। ਬੱਚੇ ਨੂੰ ਘਰ ਵੀ ਬਿਠਾਇਆ ਨਹੀਂ ਜਾ ਸਕਦਾ, 1 ਸਾਲ ਉਹਦਾ ਖਰਾਬ ਵੀ ਨਹੀਂ ਕੀਤਾ ਜਾ ਸਕਦਾ, ਸਕੂਲ ਭੇਜਣਾ ਮੁਨਾਸਿਬ ਨਹੀਂ ਹੈ। ਬੜੇ ਸਵਾਲ ਨੇ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਵੀ, ਲੋਕਾਂ ਦੇ ਮਨ ਵਿੱਚ ਵੀ, ਕਿ ਇਹੋ ਜਿਹੀ ਸਥਿਤੀ ਵਿੱਚ ਕੀਤਾ ਕੀ ਜਾ ਸਕਦਾ। ਕੋਈ ਸੋਲੂਸ਼ਨ ਜਿਹੜਾ ਆ ਉਹ ਸਾਡੇ ਭਾਸ਼ਾ ਸ਼ਾਸਤਰੀ ਜਿਹੜੇ ਨੇ, ਸਾਡੇ ਸਿੱਖਿਆ ਸ਼ਾਸਤਰੀ ਜਿਹੜੇ ਨੇ, ਸਾਡੇ ਸਮਾਜ ਸ਼ਾਸਤਰੀ ਜਿਹੜੇ ਨੇ, ਉਹਨਾਂ ਨੂੰ ਕੋਈ ਹੋਰ ਇਹਦਾ ਕੋਈ ਤੋੜ ਵੀ ਲੱਭਣਾ ਚਾਹੀਦਾ। ਕਿਉਂਕਿ ਆਨਲਾਈਨ ਪੜ੍ਹਾਈ ਜਿਹੜੀ ਹੈ ਉਹਦੇ ਫਾਇਦੇ ਵੀ ਬੜੇ ਨੇ, ਔਰ ਜੇਕਰ ਅਸੀਂ ਵੇਖੀਏ ਕਿ ਬੱਚਿਆਂ ਦੀ ਨਜ਼ਰ ਦੀ ਗੱਲ ਹੋਵੇ ਜਾਂ ਫਿਰ ਬੱਚਿਆਂ ਦੇ ਕੋਲ ਪੇਰੈਂਟਸ ਸਮਾਂ ਦੇਣ ਤੇ ਫਿਰ ਉਹ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਕਿ ਉਹ ਚੰਗਾ ਹੁੰਦਾ। ਪਰ ਅੱਜ ਦੇ ਸਮੇਂ ਦੇ ਵਿੱਚ ਇਹੀ ਤਰਾਸਦੀ ਹੈ ਇਸ COVID-19 ਦੇ ਦੌਰ ਦੇ ਵਿੱਚ ਕਿ ਕੀਤਾ ਕੀ ਜਾਵੇ, ਕੋਈ ਰਸਤਾ ਨਹੀਂ ਦਿਸਦਾ। ਔਰ ਇਸ ਹਾਲਾਤ ਦੇ ਵਿੱਚ ਇਵੇਂ ਹੀ ਜੀਣਾ ਪੈਣਾ, ਜਿਵੇਂ ਕਹਿ ਰਹੇ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਜੀਣਾ ਪੈਣਾ, ਔਰ ਥੋੜਾ ਸਮਾਂ ਸਾਨੂੰ ਜਿਹੜਾ ਆ ਉਹ ਇਸੇ ਤਰ੍ਹਾਂ ਚੱਲਦੇ ਰਹਿਣਾ ਪੈਣਾ। ਔਰ ਬਹੁਤ ਸਾਰੀਆਂ ਵਧਾਈਆਂ ਨੇ ਤੁਹਾਨੂੰ ਇਸ ਪੇਸ਼ਕਾਰੀ ਦੇ ਵਾਸਤੇ ਔਰ ਇਸ ਵਿਸ਼ੇ ਦੇ ਵਾਸਤੇ। ਪ੍ਰਵੀਨ ਜੀ, ਜਦੋਂ ਇਹ ਤੁਸੀਂ ਨਾਟਕ ਤਿਆਰ ਕਰਦੇ ਹੋ, ਜਿਹੜੇ ਇਹ ਦਰਸ਼ਕ ਨੇ ਇਹ ਵੇਖਦੇ ਨੇ ਇਸ ਸਟੇਜ ਦੇ ਉੱਤੇ, ਅੱਜ ਕੱਲ ਦੇ ਦੌਰ ਦੇ ਵਿੱਚ ਨਾਟਕ ਜਿਹੜਾ ਮੈਨੂੰ ਲੱਗਦਾ, ਕਿਉਂਕਿ ਮੇਨ ਮੰਚ ਜਿਹੜਾ ਅਸਲ ਮੰਚ ਹੈ ਉੱਥੇ ਵਰਚੁਅਲ ਮੰਚ ਤੋਂ ਇਲਾਵਾ ਜਿਸ ਸਟੇਜ ਦੇ ਉੱਪਰ ਪੇਸ਼ਕਾਰੀ ਅਸੀਂ ਅਕਸਰ ਨਾਟਕ ਨੂੰ ਵੇਖਦੇ ਹਾਂ, ਉਹ ਤੋਂ ਹਟ ਕੇ ਆ। ਔਰ ਅੱਜ ਕੱਲ ਦੇ ਸਮੇਂ ਦੇ ਵਿੱਚ ਤੁਹਾਡੇ ਕਲਾਕਾਰਾਂ ਦੇ ਨਾਲ ਸੰਪਰਕ ਜਿਹੜੇ ਨੇ ਉਹ ਹੋ ਜਾਂਦੇ ਨੇ, ਕੋਈ ਔਖਾ ਤਾਂ ਨਹੀਂ ਲੱਗਦਾ ਕਿ ਇੱਕ ਦੂਸਰੇ ਤੱਕ ਪਹੁੰਚ ਕਰਕੇ ਨਾਟਕ ਨੂੰ ਤਿਆਰ ਕਰਨਾ, ਸਕ੍ਰਿਪਟ ਤਿਆਰ ਕਰਨਾ ਤੇ ਸਮਾਂ ਬਹੁਤਾ ਦੇ ਸਕਣਾ, ਕੀ ਔਖਾ ਨਹੀਂ ਲੱਗਦਾ ਕੁਛ? ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਡਾਕਟਰ ਸਾਹਿਬ। ਪਰ ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਜਿਹੜੇ ਨਾਟਕ ਦੇ ਕਲਾਕਾਰ ਸੀਗੇ ਉਹਨਾਂ ਦੀ ਮੈਂ ਇੰਟਰੋਡਕਸ਼ਨ ਵੀ, ਇਹ ਵੀ ਜ਼ਰੂਰੀ ਸੀਗਾ। ਜ਼ਰੂਰੀ ਸੀਗੀ। ਤੇ ਉਹਦੇ ਵਿੱਚ ਕੀ ਸੀ, ਜਿਹੜੇ ਸਾਡੇ ਵੈਦ ਦਾ ਰੋਲ ਕਰ ਰਹੇ ਸੀਗੇ ਐਡਵੋਕੇਟ ਸੁਨੀਲ ਖੁਰਾਨਾ, ਔਰ ਜਗਵਿੰਦਰ ਕੁਲਾਰ ਸੀ ਜਿਹੜੇ ਨੌਕਰ ਦਾ ਰੋਲ ਕਰ ਰਹੇ ਸੀਗੇ, ਮੈਡਮ ਅੰਮ੍ਰਿਤ ਗਿੱਲ ਸੀਗੇ ਜਿਹੜੇ ਨਰਸ ਦਾ ਕਿਰਦਾਰ ਨਿਭਾ ਰਹੇ ਸੀਗੇ, ਔਰ ਮਨੀਸ਼ ਜੈਨ ਜਿਹੜੇ ਕਿ ਫੂਡ ਸਪਲਾਈ ਦੇ ਵਿੱਚ ਹੀ ਸਰਵਿਸ ਕਰਦੇ ਨੇ, ਔਰ ਮਾਸਟਰ ਸ਼ੁਭਮ ਸ਼ਰਮਾ ਸਾਡੇ ਨਾਲ ਇਸ ਟੀਮ ਦੇ ਵਿੱਚ ਸੀਗੇ। ਔਰ ਪੁਲਿਸ ਵਾਲੇ ਦੇ ਰੋਲ ਦੇ ਵਿੱਚ ਮੈਂ ਮਤਲਬ ਕਿ ਸੀਗਾ ਉਸ ਵਿੱਚ।
ਜੀ। ਤੇ ਬੜੇ ਐਫਰਟਸ ਕਰਕੇ ਮਤਲਬ ਕਿ ਇਹਨੂੰ ਅਸੀਂ, ਜਿਵੇਂ ਕਿ ਤੁਸੀਂ ਸਵਾਲ ਉਠਾਇਆ ਕਿ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਨਾਲ ਮਿਲਣਾ, ਇਕੱਠੇ ਹੋ ਕੇ ਟੀਮ ਵਰਕ ਕਰਨਾ, ਹਨਾ, ਬੜਾ ਜੀ, ਜੀ, ਮੁਸ਼ਕਿਲ ਹੈ, ਮੁਸ਼ਕਿਲ ਹੈ। ਬਿਲਕੁਲ। ਪਰ ਕਿਤੇ ਨਾ ਕਿਤੇ ਡਾਕਟਰ ਸਾਹਿਬ ਸਾਡੀ ਆਪਣੀ ਇੱਕ ਨਾ ਡਿਊਟੀ ਬਣ ਜਾਂਦੀ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਸੁਸਾਇਟੀ ਲਈ ਕੁਛ ਨਾ ਕੁਛ ਆਪਣੇ ਤੌਰ ਤੇ ਕੀਤਾ ਜਾਵੇ, ਹਨਾ। ਜੀ, ਜਿਵੇਂ ਕੁਝ ਐਨਜੀਓ ਚੱਲ ਰਹੇ ਨੇ, ਕੋਈ ਲੰਗਰ ਲਗਾ ਰਿਹਾ ਹੈ, ਕੋਈ ਮਤਲਬ ਪੇਂਟਿੰਗ ਰਾਹੀਂ ਆਪਣੀ ਜਿਹੜਾ ਹੈਗਾ ਸਰਵਿਸ ਦੇ ਰਿਹਾ ਹੈਗਾ। ਪਰ ਅਸੀਂ ਮਤਲਬ ਕਿ ਜਿਹੜਾ ਹੈ, ਅਸੀਂ ਜਦੋਂ ਮੈਨੂੰ ਡਾਕਟਰ ਕੁਲਵੀਰ ਵਿਰਕ ਨੇ ਚੰਡੀਗੜ੍ਹ ਤੋਂ, ਉਹ ਮੇਰੇ ਬਹੁਤ ਹੀ ਵਧੀਆ, ਮੈਂ ਦੋਸਤ ਵੀ ਕਹਿ ਸਕਦਾ, ਭੈਣ ਵੀ ਕਹਿ ਸਕਦਾ ਉਹਨਾਂ ਨੂੰ, ਤੇ ਜੀ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਬੰਟੀ ਜੀ, ਮੈਂ ਨਾ ਡਾਕਟਰ ਦੱਸਾਂ, ਮੇਰਾ ਥੀਏਟਰ 'ਚ ਨਾਮ ਵੈਸੇ ਬੰਟੀ ਅਗਨੀਹੋਤਰੀ ਹੈ, ਤੇ ਉਹ ਜਦੋਂ ਉਹਨਾਂ ਨੇ ਕੀਤਾ, ਕਹਿੰਦੇ ਜੀ ਬੰਟੀ ਜੀ ਇਸ ਤਰ੍ਹਾਂ ਕਰਕੇ ਆਹ ਹੈਗਾ, ਤੇ ਤੁਸੀਂ ਮਤਲਬ ਕਿ ਅਗਰ ਮਤਲਬ ਹੈ ਇਹਦੇ ਵਿੱਚ ਕੰਟਰੀਬਿਊਟ ਕਰੋ। ਮੈਂ ਕਿਹਾ ਡਾਕਟਰ ਸਾਹਿਬ, ਇੰਨਾ ਵੱਡਾ ਤੁਸੀਂ ਉਦਮ ਕਰ ਰਹੇ ਹੋ, ਤੇ ਜੇ ਅਸੀਂ ਕੁਝ ਐਫਰਟਸ ਕਰਕੇ ਇਹਦੇ ਵਿੱਚ ਯੋਗਦਾਨ ਪਈਏ ਤਾਂ ਸਾਡੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਹਾਂ ਬਿਲਕੁਲ। ਹਾਂ ਨਾ ਜੀ। ਤਾਂ ਉਸ ਦੇ ਵਿੱਚ ਜਦੋਂ ਵਰਚੁਅਲ ਮੰਚ ਦੇ ਪ੍ਰਬੰਧਕ ਜਿਹੜੇ ਐਡਾ ਵੱਡਾ ਕਦਮ ਸਟੈਪ ਚੱਕ ਕੇ ਇਸ ਨੂੰ ਇਸ 43ਵੇਂ ਦਿਨ 'ਚ ਲਿਜਾ ਸਕਦੇ ਆ, ਤਾਂ ਸਰ ਅਸੀਂ 2 ਦਿਨ 3 ਦਿਨਾਂ ਦੀ ਐਫਰਟ ਕਰਕੇ, ਇੱਕ ਛੋਟੀ ਜਿਹੀ ਐਫਰਟ ਕਰਕੇ ਅਗਰ ਸਮਾਜ ਨੂੰ ਕੋਈ ਅਸੀਂ ਸੁਨੇਹਾ ਦੇ ਸਕੀਏ, ਤਾਂ ਮੈਨੂੰ ਲੱਗਦਾ ਸਰ ਇਹ ਕੋਈ ਬਹੁਤ ਉਹ ਨਹੀਂ ਹੈਗਾ, ਇਹ ਕੀਤਾ ਜਾ ਸਕਦਾ। ਹਾਂ ਬਿਲਕੁਲ ਜੀ, ਮੈਨੂੰ ਲੱਗਦਾ ਹੁੰਦਾ ਕਿ ਸੱਚਾ ਕਲਾਕਾਰ ਉਹੀ ਹੁੰਦਾ ਹੈ ਜਿਹੜਾ ਕਿ ਕਿਸੇ ਵੇਲੇ ਵੀ ਆਪਣੇ ਆਪ ਨੂੰ ਪੇਸ਼ ਕਰ ਸਕੇ ਉਸ ਪਰਫਾਰਮੈਂਸ ਦੇ ਵਾਸਤੇ ਔਰ ਸਮਾਜ ਨੂੰ ਕੁਝ ਸੇਧ ਦੇਣ ਵਾਸਤੇ, ਕਿਉਂਕਿ ਕਲਾ, ਸਾਹਿਤ ਤੇ ਇਹਨਾਂ ਕਲਾਵਾਂ ਦਾ ਮੁੱਖ ਮਕਸਦ ਜਿਹੜਾ ਹੈ ਸਮਾਜ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸਮਾਜ ਨੂੰ ਸੇਧ ਦੇ ਕੇ ਇੱਕ ਚੰਗੇ ਤੇ ਨਿੱਘਰ ਸਵਸਥ ਸਮਾਜ ਦੀ ਸਿਰਜਣਾ ਕਰਨਾ ਹੀ ਹੁੰਦਾ ਹੈ। ਔਰ ਤੁਸੀਂ ਕੋਵਿਡ-19 ਦੇ ਦੌਰ ਦੇ ਵਿੱਚ ਇਸ ਵਿਸ਼ੇ ਨੂੰ ਛੋਇਆ। ਅੱਛਾ, ਇਸ ਨਾਟਕ ਦੇ ਲਿਖਣ ਬਾਰੇ ਮੈਂ ਇੱਕ ਗੱਲ ਕਰਨੀ ਚਾਹਾਂਗਾ। ਜੀ ਜੀ ਜੀ, ਇਹ ਨਾਟਕ ਤੁਸੀਂ ਲਿਖਿਆ ਖੁਦ ਜਾਂ ਫਿਰ ਕਿਹਨਾਂ ਨੇ ਲਿਖਿਆ? ਨਹੀਂ, ਇਹ ਜਿਹੜਾ ਨਾਟਕ ਲਿਖਿਆ ਜੀ, ਇਹ ਜਿਹੜੇ ਐਡਵੋਕੇਟ ਸੁਨੀਲ ਖੁਰਾਨਾ ਵੈਦ ਦਾ ਰੋਲ ਕਰ ਰਹੇ ਸੀਗੇ, ਅਸੀਂ ਸੁਨੀਲ ਖੁਰਾਨਾ ਤੇ ਮੈਂ, ਅਸੀਂ ਇਕੱਠੇ ਹੀ ਥੀਏਟਰ ਪੁਰਾਣੇ ਮਤਲਬ ਕਿ ਕਰਦੇ ਆ ਰਹੇ ਹਾਂ। ਔਰ ਸੁਨੀਲ ਖੁਰਾਨਾ ਇੱਕ ਬਹੁਤ ਹੀ ਬਠਿੰਡੇ ਦਾ ਹੀਰਾ ਕਲਾਕਾਰ ਹੈ ਡਾਕਟਰ ਸਾਹਿਬ, ਔਰ ਰਾਈਟਰ ਵੀ ਹੈ, ਔਰ ਗੀਤ ਵੀ ਲਿਖਦਾ ਹੈ, ਔਰ ਬਹੁਤ ਹੀ ਵਧੀਆ ਜਿਹੜਾ ਹੈਗਾ ਇੱਕ ਸੋਸ਼ਲ ਵਰਕਰ ਵੀ। ਸੋ ਸਾਡੀ ਟੀਮ ਦੇ ਵਿੱਚ ਜਿੰਨੇ ਮੈਂਬਰ ਹੈਗੇ ਆ, ਕੋਈ ਪ੍ਰੋਫੈਸ਼ਨਲ ਨਹੀਂ ਹੈ ਡਾਕਟਰ ਸਾਹਿਬ, ਸਾਰੇ ਮਤਲਬ ਆਪਣੇ ਆਪਣੀ ਜੌਬ ਕਰਦੇ ਨੇ, ਹਨਾ। ਤੇ ਇੱਕ ਇਹ ਡਿਊਟੀ ਸਮਝ ਕੇ ਕਿ ਸਾਡੀ ਸੁਸਾਇਟੀ ਪ੍ਰਤੀ ਕੋਈ ਡਿਊਟੀ ਬਣਦੀ ਹੈ, ਆਪਣਾ ਯੋਗਦਾਨ ਜਿੰਨਾ ਸਾਨੂੰ ਕੋਈ ਟਾਈਮ ਨਿਕਲਦਾ ਸੀ ਪਾਉਂਦੇ। ਜੀ 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 ਜੀ, ਹਾਂ ਬਿਲਕੁਲ ਜੀ, ਬਿਲਕੁਲ। ਬਹੁਤ ਖੂਬਸੂਰਤ ਵਿਸ਼ੇ ਨੂੰ ਛੋਇਆ ਗਿਆ ਸੀਗਾ। ਮੇਰੇ ਮਨ ਦੀਆਂ ਭਾਵਨਾਵਾਂ ਸੀ, ਖਾਸ ਕਰਕੇ ਜਦੋਂ ਅਸੀਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਕਿ ਆਨਲਾਈਨ ਐਜੂਕੇਸ਼ਨ, ਕਿਉਂਕਿ ਮੇਰਾ ਵੀ ਇਹ ਕਿਉਂਕਿ ਕਿੱਤਾ ਵੀ ਹੈ, ਮੇਰਾ ਇੱਕ ਸ਼ੌਕ ਵੀ ਹੈ ਔਰ ਮੇਰਾ ਇੱਕ ਜਨੂਨ ਵੀ ਹੈ ਅਧਿਆਪਨ ਤੇ, ਕਿਉਂਕਿ ਅਧਿਆਪਕ ਹਮੇਸ਼ਾ ਵਿਦਿਆਰਥੀ ਹੁੰਦਾ ਔਰ ਲਗਾਤਾਰ ਸਿੱਖਦੇ ਰਹੀਏ ਤਾਂ ਜ਼ਿੰਦਗੀ ਜਿਹੜੀ ਆ ਉਹ ਸੁਖਾਵੀਂ ਚੱਲਦੀ ਰਹਿੰਦੀ ਹੈ। ਔਰ ਸਿੱਖਣ ਦੀ ਪ੍ਰਵਿਰਤੀ ਹਰ ਮਨੁੱਖ ਦੇ ਵਿੱਚ ਮੈਨੂੰ ਲੱਗਦਾ ਹੋਣੀ ਚਾਹੀਦੀ ਹੈ। ਔਰ ਹਾਂ ਬਿਲਕੁਲ ਜੀ, ਕਿਉਂਕਿ ਇਸ ਨਾਟਕ ਦੇ ਵਿੱਚ ਬੜੇ ਸਵਾਲ ਜਿਹੜੇ ਨੇ ਉਹ ਤੁਸੀਂ ਉਠਾਏ ਸੀ, ਔਰ ਜਿਹੜਾ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੈ, ਚਾਹੇ ਹੈਂਡ ਸੈਨੀਟਾਈਜੇਸ਼ਨ ਦੀ ਗੱਲ ਹੈ, ਚਾਹੇ ਮਾਸਕ ਪਹਿਨਣ ਦੀ ਗੱਲ ਹੈ, ਔਰ ਵੱਡੀ ਗੱਲ ਜਿਹੜੀ ਮੈਨੂੰ ਲੱਗੀ ਸੀ ਕਿ ਕੁਐਸਚਨਿੰਗ ਜਿਹੜੀ ਹੋਣੀ ਬੜੀ ਜ਼ਰੂਰੀ ਹੈ। ਔਰ ਇਹਨਾਂ ਹਾਲਾਤਾਂ ਦੇ ਵਿੱਚ, ਕਿਉਂਕਿ ਫਰੰਟ ਲਾਈਨ ਤੇ ਜਿਵੇਂ ਕਰੋਨਾ ਯੋਧਾ ਬਣ ਕੇ ਲੜ ਰਹੇ ਨੇ, ਚਾਹੇ ਡਾਕਟਰ ਨੇ, ਚਾਹੇ ਉਹ ਪੁਲਿਸ ਵਾਲੇ ਨੇ, ਚਾਹੇ ਉਹ ਹੋਰ ਹੈਲਥ ਸੇਵਾਵਾਂ ਦੇਣ ਵਾਲੇ ਲੋਕ ਨੇ, ਉਹ ਫਰੰਟ ਲਾਈਨ ਤੇ ਲੜ ਰਹੇ ਨੇ। ਔਰ ਮੈਨੂੰ ਲੱਗਦਾ ਹੁੰਦਾ ਕਿ ਕਈ ਵਾਰੀ ਜਿਵੇਂ ਤੁਸੀਂ ਨਾ ਦੇਖਦੇ ਹੋ, ਨਾਕਿਆਂ ਦੇ ਉੱਤੇ ਵੀ ਦੇਖਦੇ ਹੋ ਕਿ ਪੁਲਿਸ ਵਾਲੇ ਹੋਏ ਜਾਂ ਕੋਈ ਆਫੀਸਰ ਹੋਏ, ਉਹਨਾਂ ਨੇ ਹੈਲਮਟ ਨਹੀਂ ਪਹਿਨਿਆ ਹੁੰਦਾ। ਬਿਲਕੁਲ ਸਰ, ਬਿਲਕੁਲ। ਔਰ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਉਹ ਹੈਲਮਟ ਨਹੀਂ ਪਹਿਨਿਆ ਹੁੰਦਾ ਜਾਂ ਮਾਸਕ ਨਹੀਂ ਪਾਇਆ ਹੁੰਦਾ, ਤੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਕਿਉਂਕਿ ਖੁਦ ਡਿਊਟੀ ਦੇ ਰਹੇ ਹਾਂ, ਅਸੀਂ ਆਫੀਸਰ ਹਾਂ, ਸਾਨੂੰ ਉਸ ਦੀ ਜ਼ਰੂਰਤ ਨਹੀਂ। ਪਰ ਮੈਂ ਇਸ ਚੀਜ਼ ਨੂੰ ਹੋਰ ਨਜ਼ਰੀਏ ਨਾਲ ਵੇਖਦਾ ਹੁੰਦਾ ਕਈ ਵਾਰ ਕਿ ਇਹ ਨਹੀਂ ਕਿ ਅਸੀਂ ਅਫਸਰ ਹਾਂ, ਕਿ ਅਸੀਂ ਡਿਊਟੀ ਤੇ ਆ ਕਿ ਸਾਨੂੰ ਉਸ ਪਾਉਣ ਦੀ ਲੋੜ ਨਹੀਂ, ਸਾਨੂੰ ਕਿਹਨੇ ਪੁੱਛਣਾ। ਵੱਡੀ ਗੱਲ ਇਹ ਹੈ ਕਿ ਉਸ ਅਫਸਰ ਨੂੰ ਬਣਾਉਣ ਦੇ ਵਿੱਚ ਦੇਸ਼ ਦਾ ਬਹੁਤ ਸਾਰਾ ਧਨ, ਬਹੁਤ ਸਾਰਾ ਪੈਸਾ, ਬਹੁਤ ਸਾਰਾ ਸਮਾਂ ਔਰ ਉਹ ਕਾਬਲੀਅਤ ਵਾਲਾ ਨੌਜਵਾਨ ਜਿਹੜਾ ਉਸ ਡਿਊਟੀ ਉੱਤੇ ਲਗਾਇਆ ਗਿਆ ਹੈ, ਉਹਨੂੰ ਬਣਾਉਣ ਦੇ ਵਿੱਚ ਪ੍ਰਸ਼ਾਸਨ ਨੇ, ਦੇਸ਼ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੁੰਦੀ ਹੈ। ਔਰ ਜੇਕਰ ਉਹ ਕਿਸੇ ਛੋਟੀ ਜਿਹੀ ਕੁਤਾਹੀ ਦੇ ਕਾਰਨ ਖੁੱਸ ਜਾਂਦਾ ਹੈ ਤੇ ਸੋਸਾਇਟੀ ਦਾ ਔਰ ਇਸ ਦੇਸ਼ ਦਾ ਬਹੁਤ ਵੱਡਾ ਲਾਸ ਹੁੰਦਾ ਹੈ। ਇਸ ਨਜ਼ਰੀਏ ਤੋਂ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਠਾਈ ਜਾਣੀ ਚਾਹੀਦੀ ਆ, ਬਾਕੀ ਜਿਹੜੀ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਅਫਸਰ ਮਤਲਬ ਕਿ ਉਹਨੂੰ ਲੱਗਦਾ ਕਿ ਮੈਂ ਹੈਲਮਟ ਜਾਂ ਮਾਸਕ ਨਹੀਂ ਪਾਉਣਾ, ਹਨਾ,
ਅਕਸਰ ਇਹ ਨਾ ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਤੁਹਾਨੂੰ ਅਕਸਰ ਹੀ ਪਬਲਿਕ ਕਿਸੇ ਨਾ ਕਿਸੇ ਪੁਲਿਸ ਵਾਲੇ ਨਾਲ ਬਹਿਸ ਕਰਦੀ ਮਿਲੂਗੀ ਕਿ ਜੀ ਤੁਸੀਂ ਕਿਉਂ ਨਹੀਂ ਮਾਸਕ ਪਾਇਆ, ਹਨਾ। ਇਹ ਚੀਜ਼ਾਂ ਸੋਸ਼ਲ ਮੀਡੀਆ ਤੇ ਆਮ ਹੀ ਹੁੰਦੀਆਂ ਹੈਗੀਆਂ। ਜੀ 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 ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕਿਵੇਂ ਅਗਰ ਸਾਡੇ ਰਾਹੀਂ ਕੋਈ ਮੈਸੇਜ ਸੁਸਾਇਟੀ ਤੱਕ ਪਹੁੰਚਦਾ ਹੈ ਤਾਂ ਕਿਉਂ ਨਾ ਪਹੁੰਚਾਇਆ ਜਾਵੇ। ਹਾਂ ਦੂਜੀ ਤੁਸੀਂ ਗੱਲ ਕੀਤੀ ਸੀ ਕਿ ਕੁਐਸਚਨਿੰਗ ਹੋਣੀ ਚਾਹੀਦੀ ਹੈ। ਮੈਂ ਡਾਕਟਰ ਸਾਹਿਬ ਪਿੱਛੇ ਜੇ ਇੱਕ ਮੇਰੇ ਮਿੱਤਰ ਨੇ ਗੁਰਸੇਵਕ ਪ੍ਰੀਤ ਮੁਕਤਸਰ ਤੋਂ, ਜੀ ਤੇ ਉਹਨਾਂ ਦੀ ਕਹਾਣੀ ਸੀਗੀ ਖੁਸ਼ੀਆਂ ਹਾਜ਼ਰ ਹੋ। ਜੀ ਉਸ ਤੇ ਮੈਂ ਨਾਟਕ ਲਿਖਿਆ ਸੀਗਾ। ਉਹ ਜੀ। ਸੀਗਾ ਡਾਕਟਰ ਸਾਹਿਬ ਕੈਂਸਰ ਦੇ ਉੱਪਰ ਸੀਗਾ ਉਹ ਨਾਟਕ, ਜੀ 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 ਜਿਹਦੀ ਕਿ ਅਸੀਂ ਮੁਕਤਸਰ ਪ੍ਰੋਡਕਸ਼ਨ ਕੀਤੀ, ਬਠਿੰਡੇ ਕੀਤੀ, ਤੇ ਬਲਦੇਵ ਸੜਕਨਾਮਾ ਜੀ ਉਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸੀਗੀ। ਜੀ ਤੇ ਉਹਦੇ ਵਿੱਚ ਵੀ ਕੁਐਸਚਨਿੰਗ ਸੀਗੀ ਕਿ ਇੱਕ ਕੈਂਸਰ ਦਾ ਪੇਸ਼ੈਂਟ ਹੈ, ਹਨਾ, ਉਹ ਗਰੀਬ ਹੈ, ਕੋਈ ਇਲਾਜ ਨਹੀਂ ਕਰਵਾ ਸਕਦਾ, ਉਹ ਕਿਸੇ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਦਾ, ਬਟ ਉਹ ਜਿਹੜਾ ਕੈਂਸਰ ਦਾ ਪੇਸ਼ੈਂਟ ਹੁੰਦਾ ਉਹਦੇ ਮੁੰਡੇ ਨੂੰ ਕਹਿੰਦਾ ਜੀ ਯਾਰ ਤੂੰ ਮੇਰਾ ਇਲਾਜ ਨਹੀਂ ਕਰਵਾ ਸਕਦਾ, ਆਪਣੇ ਕੋਲ ਪੈਸਾ ਹੈ ਨਹੀਂ, ਇਸ ਤੋਂ ਚੰਗਾ ਤਾਂ ਤੂੰ ਮੈਨੂੰ ਮਾਰ ਦੇ, ਬਿਲਕੁਲ ਹਨਾ ਜੀ, ਮੈਂ ਮਰਿਆ ਤਾਂ ਵੈਸੇ ਵੀ ਪਿਆ। ਜੀ ਉਹ ਮੁੰਡਾ ਉਹਦਾ ਕਤਲ ਕਰ ਦਿੰਦਾ ਹੈ ਤਾਂ ਪੁਲਿਸ ਫਿਰ ਉਹਨੂੰ ਫੜਨ ਆਉਂਦੀ ਹੈ। ਹੁਣ ਉੱਥੇ ਸਵਾਲ ਇਹ ਪੈਂਦਾ, ਉਹ ਕਹਿੰਦਾ ਜੀ ਮੈਂ ਤਾਂ ਆਪਦੇ ਪਿਓ ਨੂੰ ਇੱਕ ਨਾਮਰਾਦ ਬਿਮਾਰੀ ਤੋਂ ਖਹਿਰਾ ਛੁਡਾਇਆ ਹੁੰਦਾ, ਬਿਲਕੁਲ ਹੈ ਨਾ ਜੀ। ਹੁਣ ਤੁਸੀਂ ਦੱਸੋ ਸੋਸਾਇਟੀ ਦੇ ਉੱਪਰ ਇਹ ਕੁਐਸਚਨ ਹੈ ਕਿ ਉਹਨੂੰ ਕਾਤਿਲ ਸਾਬਿਤ ਕੀਤਾ ਜਾਵੇ ਜਾਂ ਉਹ ਇੱਕ ਆਪਦੇ ਪਿਓ ਨੂੰ ਮੁਕਤੀ ਦਾ ਜਿਹੜਾ ਸੀਗਾ ਉਹਨੇ ਹੱਲ ਕੀਤਾ ਹੈਗਾ। ਹਾਂ ਫੰਦੀ ਹੈ ਜੀ, ਫੰਦੀ ਅਸਲ ਵਿੱਚ ਮੈਂ ਜਿਹੜਾ ਇੱਕ ਇਹ ਵੀ ਸੀਗਾ ਕਿ ਫੰਦੀ ਨਾਟਕ ਟੋਨੀ ਬਾਤਿਸ ਜੀ ਸਾਡੇ ਸਰ ਜਿਹੜੇ ਜਦੋਂ ਪਿੱਛੇ ਡੈਥ ਹੋਈ ਹੈ ਉਹਨਾਂ ਦੀ, ਉਦੋਂ ਸਾਨੂੰ ਅਸੀਂ ਫੰਦੀ ਵੀ ਕਰਨ ਦਾ ਸਾਡਾ ਵਿਚਾਰ ਸੀਗਾ। ਉਹ ਸਾਨੂੰ ਮਤਲਬ ਕਿ ਮੈਨੂੰ ਸਕ੍ਰਿਪਟ ਦਿੰਦੇ ਹੁੰਦੇ ਸੀ ਪੰਜਾਬੀ 'ਚ ਲਿਖ ਕੇ, ਹਨਾ ਜੀ, ਵੀ ਤੁਸੀਂ ਬੱਟੀ ਆਪਾਂ ਆਹ ਕਰਨਾ ਨਾਟਕ ਹੁਣ। ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ। ਉਹਨਾਂ ਨੇ ਮੈਨੂੰ ਕਈ ਪੇਜ ਲਿਖ ਕੇ ਦਿੱਤੇ, ਉਹਨਾਂ ਦੀ ਲਾਸਟ ਲਿਖਤ ਮੇਰੇ ਕੋਲ ਪਈ ਹੈਗੀ ਹੈ। ਜੀ ਜੀ ਤੇ ਪਰ ਇਹਦੇ ਵਿੱਚ ਮੈਨੂੰ ਉਹਨਾਂ ਦਾ ਮਤਲਬ ਕਿ ਸਵਰਗਵਾਸ ਹੋ ਗਿਆ ਤੇ ਉਹ ਸਾਡਾ ਜਿਹੜਾ ਵਿੱਚੇ ਰਹਿ ਗਿਆ ਜੀ, ਸਾਨੂੰ ਜੀ ਜੀ ਛੱਡਣਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਕਿ ਬਹੁਤ ਕਮਾਲ ਦੇ ਸਵਾਲ ਜਿਹੜੇ ਨੇ ਉਹ ਇਸ ਨਾਟਕ ਦੇ ਵਿੱਚ ਤੁਸੀਂ ਉਠਾਏ ਸੀਗੇ, ਔਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਦੀ ਬਹੁਤ ਜ਼ਰੂਰਤ ਹੈ, ਨਾਟਕ ਦੇ ਜ਼ਰੀਏ, ਚਾਹੇ ਸਾਹਿਤ ਦੇ ਜ਼ਰੀਏ, ਚਾਹੇ ਕਿਸੇ ਹੋਰ ਪਲੇਟਫਾਰਮ ਤੇ ਇਹੋ ਜਿਹੇ ਸਵਾਲ, ਇਹੋ ਜਿਹੀ ਵਿਚਾਰਧਾਰਾ, ਇਹੋ ਜਿਹੀ ਸੋਚ ਦਾ ਪ੍ਰਗਟਾਵਾ ਜਿਹੜਾ ਆ ਉਹ ਸਮੇਂ-ਸਮੇਂ ਤੇ ਹੁੰਦਾ ਰਹਿਣਾ ਚਾਹੀਦਾ, ਕਿਉਂਕਿ ਸਾਡੇ ਨਾਲ ਦਰਸ਼ਕ ਵੀ ਜੁੜੇ ਹੋਏ ਨੇ। ਤੁਹਾਨੂੰ ਵਧਾਈ ਦਿੱਤੀ ਹੈ ਕਿ ਇੱਕ ਸਵਾਲ ਹੈ ਜੀ, ਇੱਕ ਸਵਾਲ ਇਹ ਹੈ ਕਿ ਬਈ ਗੁਰੂ ਟੋਨੀ ਜੀ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਪ੍ਰਵੀਨ ਜੀ ਕੋਲ ਕੀ ਉਪਰਾਲੇ ਨੇ? ਸਵਾਲ ਜ਼ਰੂਰ ਪੁੱਛਿਓ ਕਿ ਕੀ ਉਪਰਾਲੇ ਨੇ ਉਹਨਾਂ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਸਤੇ, ਤੁਸੀਂ ਕੀ ਕਰ ਰਹੇ ਹੋ? ਬਿਲਕੁਲ ਜੀ, ਬਿਲਕੁਲ ਬਿਲਕੁਲ। ਦੇਖੋ ਉਹਨਾਂ ਦੀ ਜਿਹੜੀ ਪਰੰਪਰਾ ਹੈ, ਉਹ ਉਹਨਾਂ ਦੇ ਜਿਹੜੇ ਸ਼ਾਗਿਰਦ ਨੇ ਬਠਿੰਡੇ, ਜਿਵੇਂ ਗੁਰਪ੍ਰੀਤ ਆਰਟਿਸਟ ਹੋ ਗਿਆ, ਕੇਵਲ ਬਾਂਸਲ ਹੈ, ਮੈਂ ਹੋ ਗਿਆ, ਹਨਾ ਜੀ, ਅਸੀਂ ਇਹਨਾਂ ਦੇ ਪਿੱਛੇ ਜੇ ਗੁਰਪ੍ਰੀਤ ਹੋਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਨਾਂ ਤੇ 2 ਮੇਲੇ ਕਰਵਾ ਚੁੱਕੇ ਆ। ਉਹਦੇ ਵਿੱਚ ਜਿੰਨਾ ਕੁ ਸਾਡਾ ਯੋਗਦਾਨ ਬਣਦਾ ਹੈ, ਹਨਾ ਜੀ, ਡਿਊਟੀ ਦੇ ਨਾਲ ਨਾਲ, ਨੌਕਰੀ ਦੇ ਨਾਲ ਨਾਲ, ਅਸੀਂ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਆਪਣਾ ਜਿਹੜਾ ਹੈਗਾ ਨਾਲ ਨਾਲ ਪ੍ਰੋਫੈਸ਼ਨਲੀ ਇੱਕ ਕੰਪਨੀ ਦੇ ਵਿੱਚ ਸਰਵਿਸ ਵੀ ਕਰਦਾ। ਤਾਂ ਜਿੱਥੇ ਡਾਕਟਰ ਸਾਹਿਬ ਪ੍ਰਾਈਵੇਟ ਸਰਵਿਸ ਹੁੰਦੀ ਹੈ, ਉੱਥੇ ਤੁਹਾਨੂੰ ਪਤਾ ਵੀ ਟਾਈਮ ਕਿੰਨਾ ਕੁ ਨਿਕਲ ਪਾਉਂਦਾ। ਬਿਲਕੁਲ। ਫਿਰ ਵੀ ਅਸੀਂ ਜਿੰਨਾ ਕੁ ਕੰਟਰੀਬਿਊਟ ਹੋ ਸਕਦਾ ਹੈ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਾਂ। ਸਾਡੀ ਜਿਹੜੀ ਟੀਮ ਹੈਗੀ ਹੈ, ਗੁਰਪ੍ਰੀਤ ਆਰਟਿਸਟ ਮੂਹਰੇ ਲੱਗ ਕੇ ਇਹ ਕੰਮ ਕਰਦਾ, ਔਰ 2 ਮੇਲੇ ਲੱਗ ਚੁੱਕੇ ਆ ਉਹਨਾਂ ਦੇ, ਔਰ ਮੈਨੂੰ ਲੱਗਦਾ ਵੀ ਅੱਗੇ ਵੀ ਇਹ ਜਿਹੜਾ ਹੈ ਚੱਲਦਾ ਹੀ ਰਹੂਗਾ। ਜੇ ਮਤਲਬ ਕਿ ਮਾਹੌਲ ਠੀਕ ਹੋ ਗਿਆ ਤਾਂ ਜਿੰਨਾ ਸਾਡਾ ਯੋਗਦਾਨ ਹੋਇਆ ਸਰ ਅਸੀਂ ਰਲ ਮਿਲ ਕੇ ਕਰਾਂਗੇ ਜੀ ਅੱਗੇ ਤੋਂ। ਬਿਲਕੁਲ ਬਿਲਕੁਲ ਕਰਨਾ ਚਾਹੀਦਾ, ਕਿਉਂਕਿ ਉੱਘੇ ਰੰਗਕਰਮੀ ਟੋਨੀ ਬਾਦਸ਼ਿਸ਼ ਹੋਣਾ ਦਾ ਬਹੁਤ ਵੱਡਾ ਯੋਗਦਾਨ ਹੈ ਥੀਏਟਰ ਦੇ ਉਥਾਨ ਦੇ ਵਿੱਚ, ਔਰ ਤੁਸੀਂ ਵੀ ਨਾਲ ਕਰ ਰਹੇ ਹੋ। ਕਿ ਸਾਡੇ ਕੋਲ ਬੜੇ ਸਵਾਲ ਵੀ ਨੇ, ਬੜੇ ਪ੍ਰਤੀਕਰਮ ਨੇ, ਬੜੀਆਂ ਕੁਝ ਗੱਲਾਂ ਬਾਤਾਂ ਨੇ। ਸਾਡੇ ਕੋਲ ਕੁਮਾਰ ਪਵਨਦੀਪ ਹੁਣੀ ਲਿਖਿਆ ਬੋਹੇਮੀਅਨਸ ਦੀ ਫੇਵਰ ਦੇ ਵਿੱਚ ਗੱਲ ਕਰ ਰਹੇ ਨੇ ਕਿ ਅਗੇਨ I am requesting to all the theatre parties practitioners, let's help Bohemians financially too, so that they can come over some hurdles. ਇਹੋ ਜਿਹੇ ਕੋਰੋਨਾ ਵਾਇਰਸ ਦੇ ਦੌਰ ਦੇ ਵਿੱਚ ਜੇਕਰ ਸਾਡੇ ਨਾਲ ਸਾਨੂੰ ਇਸ ਵਰਚੁਅਲ ਮੰਚ ਰਾਹੀਂ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਰਹੇ ਨੇ, ਕਲਾਕਾਰਾਂ ਨੂੰ ਪੇਸ਼ ਕਰ ਰਹੇ ਨੇ ਬੋਹੇਮੀਅਨਸ, ਤੇ ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕੀਤੀ ਜਾਣੀ ਚਾਹੀਦੀ ਹੈ। ਇਹ ਇੱਕ ਕੁਮਾਰ ਪਵਨਦੀਪ ਉਹਨਾਂ ਨੇ ਇੱਕ ਮੈਸੇਜ ਜਿਹੜਾ ਆ ਉਹ ਪੋਸਟ ਕੀਤਾ ਸੀਗਾ ਜੀ। ਮੈਂ ਅਪੀਲ ਜਿਹੜੀ ਹੈ ਉਹਨਾਂ ਦੀ ਦਰਸ਼ਕਾਂ ਤੱਕ ਪਹੁੰਚਾ ਦਿੱਤੀ ਜਿਹੜੇ ਥੀਏਟਰ ਨੂੰ ਪਿਆਰ ਕਰਨ ਵਾਲੇ ਨੇ। ਔਰ ਇੱਕ ਹੋਰ ਹੈ ਜੀ, ਫੈਮਿਲੀ ਵੱਲੋਂ ਤੇ ਵਾਈਫ ਵੱਲੋਂ ਵੀ ਕੁਝ ਗੱਲਬਾਤ ਕਹਿੰਦੇ ਕੋਈ ਦੱਸਣ ਲਈ ਕਿਹਾ ਦਰਸ਼ਕਾਂ ਨੇ ਕਿ ਆਪਣੀ ਫੈਮਿਲੀ ਵੱਲੋਂ ਤੁਹਾਡੀ ਕੁਝ
ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਵਿੱਚ, ਕਿਹੋ ਜਿਹਾ ਮਾਹੌਲ ਤੁਹਾਨੂੰ ਟਾਈਮ ਦਿੰਦੇ ਨੇ ਇਹ ਆਪਣੇ ਨਾਟਕ ਦੇ ਵਾਸਤੇ ਫੈਮਿਲੀ? ਹਾਂਜੀ ਡਾਕਟਰ ਸਾਹਿਬ, ਮੇਰੀ ਫੈਮਿਲੀ, ਮੇਰੇ 2 ਬੱਚੇ ਹੈ, ਇੱਕ ਬੇਟੀ ਹੈ, ਇੱਕ ਬੇਟਾ ਮੇਰਾ, ਔਰ ਮੇਰੇ ਮਿਸੇਜ ਵੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਨੇ, ਔਰ ਉਹਨਾਂ ਦਾ ਹਮੇਸ਼ਾ ਹੀ ਬਹੁਤ ਸਹਿਯੋਗ ਰਹਿੰਦਾ ਹੈ। ਈਵਨ ਕਿ ਜਦੋਂ ਅਸੀਂ ਘਰੇ ਰਿਹਰਸਲਾਂ ਕਰਦੇ ਹਾਂ ਤਾਂ ਚਾਹ ਪਾਣੀ ਦੀ ਡਿਊਟੀ ਉਹ ਬਾਖੂਬੀ ਨਿਭਾਉਂਦੇ ਨੇ, ਹਨਾ ਜੀ। ਸਾਨੂੰ ਮਤਲਬ ਕਿ ਉਦੋਂ ਉਸ ਦੌਰਾਨ ਉਹ ਡਿਸਟਰਬ ਨਹੀਂ ਕਰਦੇ। ਹਾਲਾਂਕਿ ਉਹ ਇਸ ਚੀਜ਼ ਨੂੰ ਕਰਨ ਵਾਸਤੇ ਉਹਨਾਂ ਨੂੰ ਬੜੀਆਂ ਮਤਲਬ ਚੀਜ਼ਾਂ ਦਾ ਪਰੇਸ਼ਾਨੀ ਹੁੰਦੀ ਹੈ, ਮੈਂ ਵੀ ਸਮਝਦਾ, ਪਰ ਮੇਰੇ ਸ਼ੌਂਕ ਨੂੰ ਦੇਖਦੇ ਹੋਏ, ਇੱਕ ਜਿਹੜਾ ਸਮਾਜ ਨੂੰ ਸੇਧ ਦੇਣ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਉਹਨੂੰ ਦੇਖਦੇ ਹੋਏ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦੇ ਨੇ, ਔਰ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਹੈ ਉਹਨਾਂ ਨਾਲ ਆਪ ਹੀ ਨਜਿੱਠ ਲੈਂਦੇ ਨੇ। ਜੀ 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 ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਵਾਲ ਸੀਗਾ ਕੀਤਾ ਜੀ ਡਾਕਟਰ ਕੁਲਬੀਰ ਢਾਲੀਵਾਲ ਵਿਰਕਨਾਂ ਨੇ ਕੀਤਾ ਸੀਗਾ, ਤੇ ਇਹਦੇ ਬਾਰੇ। ਔਰ ਬੜੀ ਵੱਡੀ ਗੱਲ ਹੁੰਦੀ ਹੈ ਕਿ ਫੈਮਿਲੀ ਵੱਲੋਂ ਪੂਰੀ ਸਪੋਰਟ ਮਿਲਣਾ, ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਣਾ, ਕਿ ਤੁਸੀਂ ਆਪਣੀ ਨੌਕਰੀ ਦੇ ਨਾਲ ਨਾਲ ਪਰਿਵਾਰ ਵੀ ਸਾਂਭ ਰਹੇ ਹੋ, ਫੈਮਿਲੀ ਨੂੰ ਸਮਾਂ ਦੇਣਾ ਵੀ ਬੜਾ ਜ਼ਰੂਰੀ ਹੁੰਦਾ, ਔਰ ਇਹਦੇ ਨਾਲ ਨਾਲ ਤੁਸੀਂ ਥੀਏਟਰ ਵੀ ਕਰ ਰਹੇ ਹੋ। ਇਹ ਬਹੁਤ ਵੱਡੀ ਗੱਲ ਹੁੰਦੀ ਹੈ, ਘਰੋਂ ਸਪੋਰਟ ਮਿਲੇ। ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ 20 ਮੰਚ ਦੇ ਉੱਤੇ ਆਪਣਾ ਸਮਾਂ ਦਰਸ਼ਕਾਂ ਨੂੰ ਦਿੱਤਾ, ਤੁਹਾਡੀ ਪੇਸ਼ਕਾਰੀ ਵੀ ਵੇਖੀ, ਪੇਸ਼ੇ ਨਜ਼ਰ ਦੇ ਵਿੱਚ ਬੰਦੇ ਦਾ ਕੁਝ ਪਤਾ ਲੱਗਦਾ, ਔਰ ਜਿਹਦੇ ਵਿੱਚ ਤੁਸੀਂ ਬਹੁਤ ਗੰਭੀਰ ਮੁੱਦਿਆਂ ਨੂੰ ਉਠਾਇਆ। ਅੱਜ ਸਾਡੇ ਇਸ ਮੰਚ ਤੇ ਪਹੁੰਚਣ ਵਾਸਤੇ, ਦਰਸ਼ਕਾਂ ਸਰੋਤਿਆਂ ਦੇ ਰੂਬਰੂ ਹੋਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਹਾਂਜੀ ਹਾਂਜੀ, ਮੈਂ ਡਾਕਟਰ ਸਾਹਿਬ ਕੁਝ ਮੈਸੇਜ ਕਰਨਾ ਚਾਹੁੰਦਾ ਸੀਗਾ ਕਿ ਅਸੀਂ ਥੀਏਟਰ ਦੇ ਨਾਲ ਨਾਲ ਕੁਝ ਜਿਹੜਾ ਹੈ ਮੀਡੀਆ ਲਈ ਵੀ ਅਸੀਂ ਕੁਝ ਕਰਨ ਦਾ ਯਤਨ ਕਰ ਰਹੇ ਹਾਂ। ਜਿਵੇਂ ਕਿ ਮੇਰੇ ਮੌੜ ਮੰਡੀ ਤੋਂ ਮੇਰੇ ਛੋਟਾ ਵੀਰ ਹੈ ਭੁਪਿੰਦਰ ਸਿੰਘ ਮਾਨ, ਕਹਾਣੀਕਾਰ ਵੀ ਹੈ, ਸੋਸ਼ਲ ਵਰਕਰ ਵੀ ਨੇ, ਔਰ ਕਿੱਤੇ ਵਜੋਂ ਉਹ ਇੱਕ ਟੀਚਰ ਨੇ ਜੀ। ਉਹਨਾਂ ਦੀ ਕਹਾਣੀਆਂ ਦੇ ਉੱਪਰ ਅਸੀਂ ਜਿਹੜਾ ਹੈਗਾ 2 ਟੈਲੀ ਫਿਲਮਾਂ ਤੇ ਵੀ ਸਾਡਾ ਕੰਮ ਚੱਲ ਰਿਹਾ ਹੈਗਾ। ਉਹ ਵੀ ਤੁਹਾਡੇ ਸਾਹਮਣੇ ਅਸੀਂ ਮਤਲਬ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂਗੇ, ਔਰ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਡਾਕਟਰ ਸਾਹਿਬ ਅਸੀਂ ਜਿੰਨਾ ਵੀ ਕੰਮ ਕੀਤਾ ਅੱਜ ਤੱਕ, ਥੀਏਟਰ ਕੀਤਾ ਹੈ, ਅਸੀਂ ਕਿਤੇ ਵੀ ਉਹਨੂੰ ਪ੍ਰੋਫੈਸ਼ਨਲੀ ਨਹੀਂ ਲਿਆ ਜੀ। ਔਰ ਨੰਬਰ 2 ਤੇ ਜਿਹੜਾ ਅਸੀਂ ਕੀਤਾ ਉਹਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਮੈਸੇਜ ਛੱਡਿਆ ਜੀ, ਚਾਹੇ ਉਹ ਮੁਕਤੀ ਪਲੇ ਹੋਵੇ, ਹਨਾ ਜੀ, ਜਾਂ ਛਵੀਆਂ ਦੀ ਰੁੱਤ ਹੋਵੇ। ਤੇ ਅਸੀਂ ਇਸ ਤਰ੍ਹਾਂ ਦਾ ਹੀ ਜੋ ਸਾਡਾ ਸੋਚ ਹੁੰਦੀ ਹੈ ਕਿ ਪਲੇ ਉਹ ਚੱਕੋ ਜਿਹਦੇ ਵਿੱਚ ਆਪਾਂ ਕਿਸੇ ਨਾ ਕਿਸੇ ਸੁਸਾਇਟੀ ਲਈ ਕੁਝ ਨਾ ਮੈਸੇਜ ਦੇਣਾ ਹੋਵੇ। ਬਿਲਕੁਲ ਜੀ ਜੀ, ਬਿਲਕੁਲ ਜੀ, ਬਿਲਕੁਲ। ਮੇਰੇ ਕੋਲ ਬੜੇ ਸਵਾਲ ਤੁਹਾਡੇ ਨਾਲ ਕੋਲ ਕਰਨ ਵਾਸਤੇ ਹੈਗੇ ਨੇ, ਦਰਸ਼ਕਾਂ ਦੇ ਵੀ ਬੜੇ ਸਵਾਲ ਹੋਣੇ ਨੇ, ਹੈਗੇ ਵੀ ਨੇ, ਮੈਂ ਕੁਝ ਪੜ੍ਹ ਵੀ ਦਿੱਤੇ ਨੇ, ਕਿਉਂਕਿ ਇਸ ਮੰਚ ਤੇ ਸਾਡੇ ਕੋਲ ਸਮਾਂ 1 ਘੰਟੇ ਦਾ ਹੁੰਦਾ, ਔਰ ਇਸ ਘੰਟੇ ਦੇ ਵਿੱਚ ਅਸੀਂ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਵੀ ਵੇਖਣੀ ਹੁੰਦੀ ਹੈ, 4 ਚਰਚਾ ਵੀ ਕਰਨੀ ਹੁੰਦੀ ਹੈ, ਸੁਨਹਿਰੀ ਬੋਲ ਵੀ ਸੁਣਨੇ ਹੁੰਦੇ, ਬੜਾ ਕੁਝ ਰਹਿ ਜਾਂਦਾ ਹੈ। ਫਿਰ ਕਿਸੇ ਪਲੇਟਫਾਰਮ ਤੇ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਇਹ ਸਵਾਲ ਜਿਹੜੇ ਨੇ ਅਸੀਂ ਤੁਹਾਡੇ ਨਾਲ ਫਿਰ ਸਾਂਝੇ ਕਰਾਂਗੇ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਿਹੜਾ ਉਹ ਅਸੀਂ ਕਿਸੇ ਹੋਰ ਮੰਚ ਤੇ ਫਿਰ ਚਲਾਵਾਂਗੇ। ਅੱਜ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਤੁਹਾਡੇ, ਕਿਉਂਕਿ ਮੈਨੂੰ ਲੱਗਦਾ ਕਿਉਂਕਿ 30 ਸਾਲ ਦਾ ਸਮਾਂ ਜਿਹੜਾ ਬਹੁਤ ਛੋਟਾ ਨਹੀਂ ਹੁੰਦਾ। ਤੁਸੀਂ ਇੰਨੇ ਲੰਬੇ ਸਮੇਂ ਦੇ ਵਿੱਚ ਲੰਬਾ ਸਫ਼ਰ ਤੈਅ ਕਰਦੇ ਆ, ਬੜਾ ਕੰਮ ਕੀਤਾ, ਔਰ ਇਸ ਕੰਮ ਦੇ ਤੁਹਾਡੇ ਬੜੇ ਅਨੁਭਵ ਨੇ, ਬੜੇ ਤੁਹਾਡੇ ਪਲਾਨ ਨੇ, ਉਹਦੇ ਬਾਰੇ ਗੱਲਬਾਤ ਵੀ ਮੈਨੂੰ ਲੱਗਦਾ ਤੁਸੀਂ ਕਰਨੀ ਚਾਹੁੰਦੇ ਹੋਵੋਗੇ, ਅਸੀਂ ਵੀ ਚਾਹੁੰਦੇ ਜ਼ਰੂਰ ਹੋਵੇ, ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅੱਜ ਅਸੀਂ ਗੱਲਬਾਤ ਕਰ ਸਕੀਏ। ਅੱਜ ਦੇ ਇਸ ਸਮਾਗਮ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਫਿਰ ਕਿਸੇ ਪਲੇਟਫਾਰਮ ਤੇ ਆਪਾਂ ਜ਼ਰੂਰ ਮਿਲਾਂਗੇ। ਧੰਨਵਾਦ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਦੋਸਤੋ, ਅੱਜ ਦੇ ਇਸ 43ਵੇਂ ਐਪੀਸੋਡ ਦੇ ਵਿੱਚ ਤੁਸੀਂ ਸੁਨਹਿਰੀ ਬੋਲ ਸੁਣੇ ਡਾਕਟਰ ਅਮਰਜੀਤ ਸਿੰਘ ਹੁਣਾਂ ਦੇ ਕੋਲੋਂ, ਔਰ ਪੇਸ਼ੇ ਨਜ਼ਰ ਦੇ ਵਿੱਚ ਰੂਬਰੂ ਔਰ ਪੇਸ਼ੇ ਨਜ਼ਰ ਔਰ ਚਰਚਾ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਨਾਲ ਅੱਜ ਉੱਘੇ ਰੰਗ ਕਰਮੀ, ਉੱਘੇ ਨਾਟਕਕਾਰ ਤੇ ਅਭਿਨੇਤਾ ਸ਼੍ਰੀ ਪ੍ਰਵੀਨ ਸ਼ਰਮਾ ਜੀ ਸ਼ਾਮਲ ਹੋਏ, ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ। ਔਰ ਇਹ 43ਵਾਂ ਦਿਨ ਜਿਹੜਾ ਸੀਗਾ 21 ਜੂਨ ਤੋਂ ਸ਼ੁਰੂ ਹੋਇਆ, ਔਰ ਅੱਜ ਅਸੀਂ 2 ਅਗਸਤ ਤੱਕ ਇਸ ਲੰਬੇ ਸਫ਼ਰ ਨੂੰ ਤੈਅ ਕੀਤਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਰਹੇਗਾ। ਔਰ ਕੱਲ 44ਵਾਂ ਐਪੀਸੋਡ ਜੋ ਹੋਏਗਾ, 44ਵੇਂ ਦਿਨ ਦੇ ਵਿੱਚ ਸਾਡੇ ਨਾਲ ਪੇਸ਼ੇ ਨਜ਼ਰ ਦੇ ਵਿੱਚ ਕਲਾਕਾਰ ਵਜੋਂ ਪਹੁੰਚਣਗੇ ਬਹੁਤ ਹੀ ਉੱਘੇ ਰੰਗ ਕਰਮੀ ਤੇ ਨਾਟਕਕਾਰ ਤੇ ਅਦਾਕਾਰ ਜਗਦੀਸ਼ ਖੰਨਾ ਜੀ ਨਾਲ ਗੱਲਬਾਤ ਹੋਏਗੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਵੀ ਵੇਖਾਂਗੇ, ਸੁਨਹਿਰੀ ਬੋਲ ਵੀ ਕਿਸੇ ਮਹਾਨ ਸ਼ਖਸੀਅਤ ਦੇ ਕੋਲੋਂ ਸੁਣਾਂਗੇ। ਔਰ ਕੱਲ ਫਿਰ ਮਿਲਦੇ ਹਾਂ 8 ਵਜੇ 20 ਮੰਚ ਦੇ ਪਲੇਟਫਾਰਮ ਤੇ ਅੰਤਰਰਾਸ਼ਟਰੀ ਪੰਜਾਬੀ ਥੀਏਟਰ ਫੈਸਟੀਵਲ ਦੇ ਵਿੱਚ। ਤਦ ਤੱਕ ਲਈ ਰੱਬ ਰੱਖਾ।
बड़ी अजब कहानी रिश्तियां दी रिश्ते हुंदे ने दोस्तों वांग पानी किते वांग दरियावां वग पैंदे तंद टुट के जांदी है उलझ ताणी जुड़दे ते कदे टुटदे रिश्ते वगदे वगदे सुखदे रिश्ते वगदे वगदे सुखदे रिश्ते पानी हुंदे खून दे रिश्ते 184 जून दे रिश्ते टिप टिप करके वरदे ने लैंदे ते किते चढ़दे ने दूजियां कोलों सब कुछ चाहुंदे अपने वारी लुकदे रिश्ते जुड़दे ते कदे टुटदे रिश्ते वगदे वगदे सुखदे रिश्ते कित्थे ले जे दाना पानी रिश्तियां दी कोई नवी कहानी लहरां बण बण नचदे ने किंज विछोड़े कटदे ने धर्मां जातां रंगा मंगा सब तो ऊपर उठदे रिश्ते जुड़दे ते कदे टुटदे रिश्ते वगदे वगदे सुखदे रिश्ते वगदे वगदे सुखदे रिश्ते